ਜੇ ਕੋਈ ਵਿਅਕਤੀ ਬਿਨਾਂ ਹੀ ਵਸੀਅਤ ਦੇ ਚਲਿਆ ਜਾਂਦਾ ਹੈ, ਉਹਦੀ ਡੈਥ ਹੋ ਜਾਂਦੀ ਆ, ਫਿਰ ਕੀ ਹੁੰਦਾ? ਬਿਨਾਂ will ਤੋਂ ਤੁਹਾਡੀ ਡੈਥ ਹੁੰਦੀ ਆ ਤੇ ਪਰਸਨਲ ਰੈਪਰੈਜ਼ੈਂਟੇਟਿਵ ਆਟੋਮੈਟਿਕਲੀ ਅਪਾਇੰਟ ਹੋ ਜਾਂਦਾ ਪ੍ਰਾਇੋਰਟੀ ਦੇ ਬੇਸ ਤੇ। ਉਹ ਜਿਹੜਾ ਬੰਦਾ ਅਪਾਇੰਟ ਹੁੰਦਾ ਉਹ ਕੌਣ ਹੋ ਸਕਦਾ? ਜੇ ਤੁਸੀਂ ਮੈਰਿਡ ਆ ਆਟੋਮੈਟਿਕਲੀ ਤੁਹਾਡਾ ਸਪਾਊਸ ਹੁੰਦਾ ਆ। if your parents aren't around it'll be your siblings। ਮੇਰਾ ਕੋਈ ਸਿਬਲਿੰਗ ਮੇਰਾ ਭੈਣ ਭਰਾ ਬਣ ਜਾਂਦਾ, ਪਰ ਮੇਰੇ ਨਾਲ ਬੋਲਚਾਲ ਹੀ ਹੈ ਨਹੀਂ ਉਹਦੀ। ਜੇ ਤੁਹਾਡੇ ਕੋਲ ਨਹੀਂ will ਹੈਗੀ ਤੇ ਤੁਹਾਡਾ ਸੈਕੰਡ ਮੈਰਿਜ ਹੋਈ ਹੋਆ, ਪਰ ਤੁਹਾਡੇ ਜਿਹੜੇ ਬੱਚੇ ਆ ਉਹ ਪਹਿਲੀ ਮੈਰਿਜ ਦੇ ਆ, ਤਾਂ 50% ਜਿਹੜਾ ਤੁਹਾਡੇ ਸਪਾਊਸ ਨੂੰ ਜਾਣਾ, ਜਿਹੜੀ ਤੁਹਾਡੀ ਸੈਕੰਡ ਮੈਰਿਜ ਆ, ਤੇ 50% ਤੁਹਾਡੇ ਚਿਲਡਰਨ ਨੂੰ। But that's only if ਤੁਹਾਡੀ estate is worth more than $150,000. If your estate is worth less than $150,000, ਪਹਿਲਾਂ $150,000 ਨੇ ਤੁਹਾਡੇ estate ਦਾ ਉਹ ਤੁਹਾਡੇ spouse ਨੂੰ ਹੀ ਜਾਣਾ। So your children from a first marriage could end up with none of your estate। ਕੋਈ ਬੰਦਾ ਆਪਣੀ ਵਿਲ ਆਪੇ ਵੀ ਲਿਖ ਸਕਦਾ ਤੇ ਵਕੀਲ ਕੋਲ ਜੇ ਨਾ ਜਾਵੇ? ਸੋ ਲਾਅ ਦੇ ਥੱਲੇ ਤੁਸੀਂ ਬਣਾ ਸਕਦੇ ਆ। ਹੈਂਡ ਰਾਈਟਿੰਗ ਦੇ ਵਿੱਚ ਬਣਾਉਂਦਾ ਆ। ਯੂਜੂਲੀ ਸਰਕਮਸਟੈਂਸ ਹੋ ਸਕਦੇ ਕਿ ਜਿਹੜਾ ਕੋਈ ਘਰ ਦਾ ਮੈਂਬਰ ਆ ਉਹ ਧੱਕਾ ਕਰਦਾ ਉਹਨਾਂ ਪ੍ਰੈਸ਼ਰ ਥੱਲੇ ਲਿਖਿਆ ਹੋਇਆ। ਅਕਸਰ ਆਪਣੇ ਫਰੈਂਡਸ ਇਕੱਠੇ ਹੋ ਕੇ ਕੋਈ ਪ੍ਰਾਪਰਟੀ ਲੈ ਲੈਂਦੇ ਆ। ਜਦੋਂ ਕਿਸੇ ਫਰੈਂਡ ਦੀ ਡੈਥ ਹੁੰਦੀ ਹੈ ਉਹਨਾਂ ਦਾ ਹਿੱਸਾ ਦੂਜੀ ਪਾਰਟੀ ਨੂੰ ਚਲ ਜਾਂਦਾ ਆ। ਇੰਡੀਆ ਪਾਕਿਸਤਾਨ ਦੇ ਵਿੱਚ ਤੁਹਾਡੀ ਜੇ ਜ਼ਮੀਨ ਆ, ਤੁਹਾਨੂੰ ਉੱਥੇ ਜਾ ਕੇ ਵਿਲ ਬਣਾਉਣੀ ਪਊਗੀ, ਉੱਥੇ ਜਾ ਕੇ ਵਕੀਲ ਨਾਲ ਗੱਲ ਕਰਨੀ ਪਊਗੀ, ਕਿਉਂਕਿ ਜਿਹੜੀ ਤੁਹਾਡੀ ਕੈਨੇਡੀਅਨ ਵਿਲ ਉੱਥੇ ਲੀਗਲ ਇਫੈਕਟ ਨਹੀਂ ਉਹਦਾ ਕੋਈ ਹੈਗਾ। ਆਈ ਹੈਵ 2 ਚਿਲਡਰਨ। ਆਪਣੀ ਵਿਲ ਦੇ ਵਿੱਚ ਅਸੀਂ ਇੱਕ ਨੂੰ ਟਰਸਟੀ ਵੀ ਬਣਾਇਆ ਹੋਇਆ। ਕੈਨ ਦੈਟ ਟਰਸਟੀ refuse to sell our property for years, or can he anyway blackmail the other guy? ਅੱਜ ਦੀ ਗੱਲਬਾਤ ਹੋਏਗੀ ਵਿਲਸ ਐਂਡ estate planning ਦੀ। ਅਸੀਂ ਵਸੀਅਤ ਬਣਾਉਂਦੇ ਹਾਂ, estate plan ਕਰਦੇ ਹਾਂ, ਉਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਮਨਦੀਪ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਵੈਰੀ ਗੁੱਡ ਮਾਰਨਿੰਗ, ਵੈਲਕਮ। Rishi ji, thank you ਕਿ ਤੁਸੀਂ ਸਾਨੂੰ ਅੱਜ ਸ਼ੋਅ ਤੇ ਲੈ ਕੇ ਆਏ ਆ to talk about this important topic। ਤੇ ਅਰੁਣ ਜੀ, ਤੁਹਾਡਾ ਵੀ ਸਵਾਗਤ। ਵੈਰੀ ਗੁੱਡ ਮਾਰਨਿੰਗ, ਵੈਲਕਮ। ਥੈਂਕ ਯੂ ਰਿਸ਼ੀ, ਗੁੱਡ ਮਾਰਨਿੰਗ, ਐਂਡ ਸਾਰੇ ਸੁਣਨ ਨੂੰ ਵੀ ਗੁੱਡ ਮਾਰਨਿੰਗ ਜੀ। ਬਹੁਤ ਮਿਹਰਬਾਨੀ, ਥੈਂਕਸ ਫॉर ਜੁਆਇਨਿੰਗ ਅਸ। ਆਪਾਂ ਪਹਿਲਾਂ ਤਾਂ ਇੱਥੋਂ ਚੱਲੀਏ ਕਿ ਵਿਲਸ ਐਂਡ estate planning ਹੈ ਕੀ? ਜਿਹੜੀ ਵਿਲ ਆ ਇੱਕ ਲੀਗਲ ਡਾਕੂਮੈਂਟ ਆ ਜਿਹਦੇ ਥਰੂ ਮੇਨ ਉਹਦਾ ਜਿਹੜਾ ਪਰਪਸ ਆ ਕਿ ਤੁਹਾਡੀ ਪ੍ਰਾਪਰਟੀ ਤੇ ਐਸੈਟ ਕਿੱਦਾਂ ਡਿਸਟਰੀਬਿਊਟ ਹੋਗੇ ਤੁਹਾਡੇ ਡੈਥ ਤੋਂ ਬਾਅਦ। ਤੇ ਵਿਲ ਦੇ ਵਿੱਚ ਇੱਕ ਇੰਪੋਰਟੈਂਟ ਫੰਕਸ਼ਨ ਇਹਦਾ ਇਹ ਵੀ ਆ ਕਿ ਤੁਸੀਂ ਇੱਕ ਪਰਸਨਲ ਰੈਪਰੈਜ਼ੈਂਟੇਟਿਵ ਨੇਮ ਕਰਨਾ ਆ। ਅੱਗੇ ਪਰਸਨਲ ਰੈਪਰੈਜ਼ੈਂਟੇਟਿਵ ਨੂੰ ਐਗਜ਼ੈਕਿਊਟਿਵ ਵੀ ਸੱਦਦੇ ਆ, ਹਜੇ ਵੀ ਸੱਦਦੇ ਆ, ਪਰ ਲਾਅ ਦੇ ਥੱਲੇ ਹੁਣ ਇਹਦਾ ਰੋਲ ਦਾ ਨਾਂ ਹੈਗਾ ਪਰਸਨਲ ਰੈਪਰੈਜ਼ੈਂਟੇਟਿਵ। ਉਸ ਪਰਸਨਲ ਰੈਪਰੈਜ਼ੈਂਟੇਟਿਵ ਦਾ ਕੰਮ ਇਹ ਆ ਕਿ ਤੁਹਾਡੇ estate ਨੂੰ ਉਹ ਨਹੀਂ ਸਾਂਭਣਾ ਤੁਹਾਡੇ ਡੈਥ ਤੋਂ ਬਾਅਦ। ਜੋ ਕੁਛ ਵੀ ਤੁਹਾਡੇ ਵਿਲ ਦੇ ਵਿੱਚ ਲਿਖਿਆ ਆ ਉਹਨੀ ਉਹ ਸਟੈਪ ਲੈਣੇ ਆ, ਉਹ ਵਿਲ ਦੇ ਸਟੈਪ ਕੰਪਲੀਟ ਕਰਨੇ ਨੂੰ। ਸੋ ਜਿੱਦਾਂ ਤੁਹਾਡੇ ਐਸੈਟ ਡਿਸਟਰੀਬਿਊਟ ਹੋਣੇ ਆ, ਤੁਹਾਡਾ ਫਿਊਨਰਲ ਕਿੱਦਾਂ ਅਰੇਂਜ ਹੋਣਾ ਆ, ਤੇ ਐਨੀਥਿੰਗ ਐਲਸ ਰਿਲੇਟਡ ਟੂ ਯੂਰ ਸਟੇਟ ਤੁਹਾਡੇ ਪਰਸਨਲ ਰੈਪਰੈਜ਼ੈਂਟੇਟਿਵ ਨੇ ਉਹ ਸਾਂਭਣਾ ਆ। ਤੇ ਵਿਲ ਦੇ ਥਰੂ ਤੁਸੀਂ ਜੇ ਤੁਹਾਡੇ ਕੋਲ ਮਾਈਨਰ ਚਿਲਡਰਨ ਆ, ਤੁਸੀਂ ਉਹਨਾਂ ਚਿਲਡਰਨ ਲਈ ਇੱਕ ਗਾਰਡੀਅਨ ਵੀ ਅਪਾਇੰਟ ਕਰ ਸਕਦੇ ਆ। ਤੇ ਹੋਰ ਕੋਈ ਵੀ ਜੇ ਤੁਹਾਡੇ ਕੋਲ ਸਪੈਸੀਫਿਕ ਵਿਸ਼ ਆ ਕਿ ਤੁਹਾਡੇ ਡੈਥ ਤੋਂ ਬਾਅਦ ਤੁਸੀਂ ਕੀ ਚਾਹੁੰਦੇ ਆ ਕਿ ਹੋਵੇ, ਉਹ ਤੁਸੀਂ ਵਿਲ ਦੇ ਵਿੱਚ ਲਿਖ ਸਕਦੇ ਆ। estate planning ਜਿਹੜੀ ਹੁੰਦੀ ਆ ਉਹ ਓਵਰਆਲ ਸਕੀਮ ਹੁੰਦੀ ਆ ਇੱਕ, ਜਿਹਦਾ ਇੱਕ ਕੰਪੋਨੈਂਟ ਵਿਲ ਵੀ ਹੁੰਦੀ ਆ, ਪਰ ਓਵਰਆਲ estate planning ਦਾ ਗੋਲ ਇਹ ਹੁੰਦਾ ਆ ਕਿ ਤੁਸੀਂ ਆਪਣੀ ਡੈਥ ਤੋਂ ਬਾਅਦ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਹੋਣੀ ਚਾਹੀਦੀ ਆ। ਉਹਦੇ ਵਿੱਚ ਟੈਕਸ ਪਲੈਨਿੰਗ ਵੀ ਆ ਜਾਂਦੀ ਆ, ਤੁਹਾਡਾ ਲਾਈਫ ਇੰਸ਼ੋਰੈਂਸ ਵੀ ਆ ਜਾਂਦਾ ਆ, ਤੇ ਜਿਹੜੇ ਵੀ ਤੁਹਾਡੇ ਕੋਈ TFSA ਆ ਜਾਂ RRSP ਆ, anything related to that, ਉਹ ਓਵਰਆਲ ਸਕੀਮ ਦੇ ਵਿੱਚ ਉਹ ਆਉਂਦਾ ਆ। ਸੋ estate planning is overall scheme, ਤੇ ਜਿਹੜੀ ਵਿਲ ਹੁੰਦੀ, ਜਿਹੜੀ ਵਸੀਅਤ ਹੁੰਦੀ ਆ, ਉਹ ਇੱਕ ਕੰਪੋਨੈਂਟ ਹੁੰਦਾ estate planning ਦਾ। ਸੋ ਹੁਣ ਜਦੋਂ ਜਿਵੇਂ ਤੁਸੀਂ ਦੱਸਿਆ ਡਿਟੇਲ 'ਚ ਕਿ ਵਿਲ ਤੇ estate planning ਕੀ ਹੈਗਾ, ਇਹ ਇੰਪੋਰਟੈਂਟ ਕਿਉਂ ਆ? ਕੈਨੇਡਾ ਦੇ ਵਿੱਚ ਇਹਦੀ ਕਿੰਨੀ ਕੁ ਲੋੜ ਹੈ? ਕਾਫੀ ਲੋੜ ਆ। ਫਿਰ ਵੀ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸ਼ਾਇਦ ਸਾਡੀ estate ਇੰਨੀ ਵੱਡੀ ਨਹੀਂ, ਜਾਂ ਸ਼ਾਇਦ ਸਾਡੇ ਕੋਲ ਐਸੈਟ ਇੰਨੇ ਨਹੀਂ ਹੈਗੇ, ਸਾਨੂੰ ਵਸੀਅਤ ਦੀ ਲੋੜ ਨਹੀਂ, ਸਾਨੂੰ ਵਿਲ ਦੀ ਲੋੜ ਨਹੀਂ। ਬਟ ਆਈ ਡੂ ਥਿੰਕ ਐਵਰੀਬਡੀ ਨੀਡਸ ਅ ਵਿਲ। ਜੇ ਤੁਹਾਡੇ ਕੋਲ ਨਹੀਂ ਵਿਲ ਹੈਗੀ ਤੇ ਜਿਹੜਾ ਡੀਫਾਲਟ ਲਾਅ ਆ ਉਹਦੇ ਥਰੂ ਡਿਟਰਮਿਨ ਹੋਣਾ ਆ ਕਿ ਕਿੱਦਾਂ ਤੁਹਾਡੇ ਐਸੈਟ ਡਿਸਟਰੀਬਿਊਟ ਹੋਣੇ ਆ, ਤੇ ਤੁਹਾਡੇ ਡੈਥ ਤੋਂ ਬਾਅਦ ਤੁਹਾਡੀ estate ਕਿੱਦਾਂ ਹੈਂਡਲ ਹੋਣੀ ਆ। ਤੇ ਜਿਹੜੇ ਡੀਫਾਲਟ ਲਾਅ ਆ, it's not all the time ਕਿ ਤੁਸੀਂ you don't always want that to be the way your estate is distributed. So law ਦੇ ਥੱਲੇ automatically ਕੋਈ personal representative appoint ਹੋ ਜਾਣਾ, ਤੇ automatically ਤੁਹਾਡੇ ਜਿਹੜੇ estate distribute ਹੋ ਜਾਣੀ ਆ, and that might not align with what your wishes are. And
ਜੇ ਤੁਹਾਡੇ ਕੋਲ will ਆ ਤੁਸੀਂ ਕਲੀਅਰਲੀ ਡਾਕੂਮੈਂਟ ਕਰ ਸਕਦੇ ਆ ਕਿ ਕਿਹੜਾ ਐਸੈਟ ਕਿਹਨੂੰ ਜਾਣਾ ਚਾਹੀਦਾ ਆ ਕਿੱਦਾਂ ਉਹ ਡਿਸਟ੍ਰੀਬਿਊਟ ਹੋਣਾ ਚਾਹੀਦਾ ਤੇ ਤੁਹਾਡੇ ਪਰਸਨਲ ਰਿਪਰੈਜ਼ੈਂਟੇਟਿਵ ਤੁਸੀਂ ਕਿਹਨੂੰ ਚਾਹੁੰਦੇ ਹੋਵੇ ਤੇ ਤੁਸੀਂ ਜਿੱਦਾਂ ਮੈਂ ਅੱਗੇ ਵੀ ਕਿਹਾ ਸੀ ਕਿ ਜੇ ਤੁਹਾਡੇ ਕੋਲ ਮਾਈਨਰ ਚਿਲਡਰਨ ਆ ਉਹਨਾਂ ਲਈ ਤੁਸੀਂ ਗਾਰਡੀਅਨ ਅਪਾਇੰਟ ਕਰ ਸਕਦੇ ਆ will ਦੇ ਥਰੂ ਤੁਸੀਂ ਉਹ ਡਾਕੂਮੈਂਟ ਕਰ ਸਕਦੇ ਆ ਕਿ ਤੁਸੀਂ ਕਿਹਨੇ ਚਾਹੁੰਦੇ ਆ ਕਿ ਸਾਡੇ ਨਿਆਣਿਆਂ ਨੂੰ ਸਾਂਭੇ ਬਾਅਦ 'ਚ ਲੀਗਲ ਅਰੀਨਾ ਦੇ ਵਿੱਚ ਕਹਿੰਦੇ ਆ ਕਿ ਤੁਸੀਂ ਪੂਰੇ ਹੋ ਕੇ ਕੰਟਰੋਲ ਕਰਦੇ ਆ you're controlling from the grave ਜੀ ਜੀ and you can control from the grave for a very long time right so let's say ਜੇ ਮੈਂ ਪੂਰਾ ਹੁੰਦਾ ਆ and ਮੇਰੇ children 3 years old ਆ ਜੀ ਮੈਂ ਕਹਿ ਸਕਦਾ ਹਾਂ ਕਿ ਜਿਹੜਾ ਮੇਰਾ ਪਰਸਨਲ ਰਿਪਰੈਜ਼ੈਂਟੇਟਿਵ ਹੈ ਜਿਹੜਾ ਟਰਸਟਵਰਦੀ ਇੰਡੀਵਿਜੂਅਲ ਹੋਣਾ ਚਾਹੀਦਾ ਹੈ ਰਾਈਟ ਉਹਨਾਂ ਨੇ 18 ਸਾਲ ਤੇ ਮੇਰੇ ਐਸੈਟਸ ਚਿਲਡਰਨ ਨੂੰ ਡਿਸਟ੍ਰੀਬਿਊਟ ਕਰਨੇ ਆ 25 ਸਾਲਾਂ ਤੇ 28 ਸਾਲਾਂ ਤੇ or even later but you need to have a sizable estate to be distributing at a long time but ਤੁਸੀਂ ਬਹੁਤ ਚਿਰਾਂ ਲਈ ਕੰਟਰੋਲ ਕਰ ਸਕਦੇ ਆ after death ਜੀ ਇੱਕ ਹੋਰ ਹੁਣ ਤੁਸੀਂ ਅਰੁਣ ਜੀ ਗੱਲ ਕੀਤੀ ਹੈ ਵਿੱਚ ਦੀ ਕਿ ਜੇ ਕੋਈ ਵਿਅਕਤੀ ਬਿਨਾਂ ਹੀ ਵਸੀਅਤ ਦੇ ਚਲਿਆ ਜਾਂਦਾ ਉਹਦੀ ਡੈਥ ਹੋ ਜਾਂਦੀ ਆ ਫਿਰ ਕੀ ਹੁੰਦਾ ਜੇ ਬਿਨਾਂ will ਤੋਂ ਤੁਹਾਡੀ ਡੈਥ ਹੁੰਦੀ ਆ ਤੇ ਪਰਸਨਲ ਰਿਪਰੈਜ਼ੈਂਟੇਟਿਵ ਆਟੋਮੈਟਿਕਲੀ ਅਪਾਇੰਟ ਹੋ ਜਾਂਦਾ ਪ੍ਰਾਇੋਰਟੀ ਦੇ ਬੇਸ ਤੇ ਐਂਡ ਸਮਟਾਈਮਸ ਜੇ ਤੁਸੀਂ ਉਹ ਜਿਹੜਾ ਬੰਦਾ ਅਪਾਇੰਟ ਹੁੰਦਾ ਉਹ ਕੌਣ ਹੋ ਸਕਦਾ ਸੋ ਜੇ ਤੁਸੀਂ ਮੈਰਿਡ ਆ ਆਟੋਮੈਟਿਕਲੀ ਤੁਹਾਡਾ ਸਪਾਊਸ ਹੁੰਦਾ ਆ ਓਕੇ ਐਂਡ ਇਫ ਯੂ ਆਰ ਅਨਮੈਰਿਡ ਬਟ ਯੂ ਹੈਵ ਚਿਲਡਰਨ ਹੂ ਆਰ ਅਡਲਟਸ ਫਿਰ ਤੁਹਾਡਾ ਚਾਈਲਡ ਹੁੰਦਾ ਆ ਜੀ ਜੇ ਤੁਸੀਂ ਅਨਮੈਰਿਡ ਆ ਐਂਡ ਯੂ ਡੋਂਟ ਹੈਵ ਚਿਲਡਰਨ then it's going to be your parent ਜੀ and then if your parents aren't around it'll be your siblings okay so it depends sometimes ਜਿਹੜਾ person automatically appoint ਹੁੰਦਾ they may not be in the best position ਤੁਹਾਡੇ estate ਨੂੰ ਸਾਂਭਣ ਨੂੰ ਹੁਣ ਮੰਨ ਲਓ ਮੇਰੇ ਨਾਲ ਇਦਾਂ ਦੀ ਘਟਨਾ ਕੋ ਵਾਪਰਦੀ ਆ ਮੇਰਾ ਕੋਈ ਸਿਬਲਿੰਗ ਮੇਰਾ ਭੈਣ ਭਰਾ ਬਣ ਜਾਂਦਾ ਪਰ ਮੇਰੇ ਨਾਲ ਉਹ ਬੋਲਚਾਲ ਹੀ ਹੈ ਨਹੀਂ ਉਹਦੀ and exactly so ਜਿਹੜੇ ਕਈ ਵਾਰੀ strained family relation ਹੁੰਦੇ ਆ Yes. ਉਹਦੇ ਵਿੱਚ ਆ ਜਾਂਦੇ ਆ and it makes things more difficult ਤੇ same thing ਇਹ ਕੱਲਾ ਹੁਣ personal representative ਦੀ ਗੱਲ ਆ ਜਿਹੜੀ ਤੁਹਾਡੀ estate distribute ਵੀ ਹੋਣੀ ਆ ਉਹਦੀ ਮਰਜ਼ੀ ਨਾਲ ਹੋਣੀ ਉਹਦੀ ਵੀ ਨਹੀਂ ਉਹ automatic ਜਿਹੜੀ ਇੱਕ ਤਰ੍ਹਾਂ ਦੀ ਸਕੀਮ ਆ ਸੋ ਜੀ ਜੇ if you're married ਤੇ ਤੁਹਾਡੇ ਕੋਲ ਨਹੀਂ ਬੱਚੇ ਹੈਗੇ ਸਾਰਾ ਕੁਝ ਤੁਹਾਡੇ ਸਪਾਊਸ ਨੂੰ ਚੱਲ ਜਾਣਾ ਜੀ ਜੇ ਤੁਹਾਡੇ ਕੋਲ ਸਪਾਊਸ ਹੈਗਾ ਤੇ ਬੱਚੇ ਵੀ ਹੈਗੇ ਆ ਪਰ ਜੇ ਉਹ ਸਪਾਊਸ ਦੇ ਬੱਚੇ ਆ ਫੇਰ ਵੀ ਸਾਰਾ ਕੁਝ ਸਪਾਊਸ ਨੂੰ ਜਾਣਾ ਆ ਜੇ ਲੈਟਸ ਸੇ ਹੁਣ ਕਈ ਵਾਰੀ ਹੋ ਜਾਂਦਾ ਆ ਕਿ ਸਾਡੇ ਕੋਲ ਤੁਹਾਡੀ ਸੈਕੰਡ ਮੈਰਿਜ ਆ ਜਾਂ ਥਰਡ ਮੈਰਿਜ ਆ ਜੇ ਤੁਹਾਡੇ ਕੋਲ ਨਹੀਂ will ਹੈਗੀ ਤੇ ਤੁਹਾਡਾ ਸੈਕੰਡ ਮੈਰਿਜ ਹੋਈ ਆ ਪਰ ਤੁਹਾਡੇ ਜਿਹੜੇ ਬੱਚੇ ਆ ਉਹ ਪਹਿਲੀ ਮੈਰਿਜ ਦੇ ਆ then it gets a little complicated there. So if you have children from a first marriage but you're married a second time ਜੇ ਤੁਹਾਡੇ ਕੋਲ ਨਹੀਂ will ਹੈਗੀ ਤਾਂ 50% ਜਿਹੜਾ ਤੁਹਾਡੇ ਸਪਾਊਸ ਨੂੰ ਜਾਣਾ ਜਿਹੜੀ ਤੁਹਾਡੀ ਸੈਕੰਡ ਮੈਰਿਜ ਆ ਤੇ 50% ਤੁਹਾਡੇ ਚਿਲਡਰਨ ਨੂੰ but that's only if ਤੁਹਾਡੀ estate is worth more than $150,000. If your estate is worth less than $150,000 ਜਿਹੜਾ ਪਹਿਲਾਂ $150,000 ਹੈ ਤੁਹਾਡੇ estate ਦਾ ਉਹ ਤੁਹਾਡੇ ਸਪਾਊਸ ਨੂੰ ਹੀ ਜਾਣਾ so your children from a first marriage could end up with none of your estate. And if that's ਜੇ ਤੁਹਾਡੀ ਨਹੀਂ ਜੇ ਤੁਸੀਂ ਨਹੀਂ ਚਾਹੁੰਦੇ ਕਿ ਇਦਾਂ ਹੋਣੇ ਆ you have to control it through your will. ਜੀ And you can't we always say to our clients you can't come back from the dead and change things. ਸਾਰੇ ਜਾਣਿਆਂ ਨੂੰ ਪਤਾ ਹੋ ਕਿੰਨਾ ਹਾਰਡ ਕੰਮ ਕਰਦੇ ਆ ਰੋਜ਼ੇ ਕੰਮ ਕਰਦੇ ਆ ਤੁਸੀਂ ਵੈਲਥ ਬਣਾਉਂਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਛੱਡਣਾ ਚਾਹੁੰਦੇ ਆ ਉਹ ਵੈਲਥ ਸੋ ਆਹ ਵੈਰੀ straightforward document ਹੋ ਸਕਦਾ ਆ but it's probably one of the most important documents ਤੁਸੀਂ ਆਪਣੇ ਲਾਈਫ ਦੇ ਵਿੱਚ ਬਣਾਉਂਦੇ ਆ ਜੀ ਆਪ ਮੰਨ ਲਓ ਕੋਈ ਵਿਅਕਤੀ ਆਪਣੀ ਵਿਲ ਬਣਾ ਲਈ ਉਹਨੇ ਅੱਜ ਆਇਆ ਤੁਹਾਡੇ ਕੋਲ ਤੁਹਾਨੂੰ ਆਪਣੀ ਵਿਲ ਦੱਸ ਗਿਆ ਬਣਾ ਗਿਆ ਕੀ ਇਹਨੂੰ ਐਟ ਲੇਟਰ ਸਟੇਜ ਉਹ ਚੇਂਜ ਵੀ ਕਰ ਸਕਦਾ ਅਪਡੇਟ ਵੀ ਕਰ ਸਕਦਾ ਜੀ ਹਾਂਜੀ ਜ਼ਰੂਰ ਤੁਸੀਂ ਐਨੀ ਟਾਈਮ ਆਪਣੀ ਵਿਲ ਚੇਂਜ ਕਰ ਸਕਦੇ ਆ ਨਵੀਂ ਵਿਲ ਬਣਾ ਕੇ ਸੋ ਸਾਡੇ ਨਾਲ ਕਈ ਵਾਰੀ ਇੱਦਾਂ ਹੁੰਦਾ ਬਾਈ ਥਿੰਕਿੰਗ ਅਬਾਊਟ ਇੱਕ ਕਲਾਇੰਟ ਆਪਣਾ ਲਾਸਟ ਈਅਰ ਸੀ ਉਹਨੇ 3 ਵਾਰੀ ਆਪਣੇ 2 ਸਾਲਾਂ 'ਚ ਵਿਲ ਚੇਂਜ ਕੀਤੀ ਹੈ ਕਰਕੇ ਉਹਨਾਂ ਦੇ ਸਰਕਮਸਟੈਂਸ ਚੇਂਜ ਹੁੰਦੇ ਆ ਜੀ ਕਈ ਵਾਰੀ ਹੁੰਦਾ ਆ ਮੈਂ ਵਿਲ 1970s ਜਾਂ 1980s ਤੋਂ ਵੀ ਦੇਖੇ ਆ ਜਿਹੜੇ ਨਹੀਂ ਚੇਂਜ ਹੋਏ ਕਦੇ ਵੀ ਉਹ ਵੀ ਵੈਲਿਡ ਰਹਿੰਦੇ ਆ ਸੋ ਦੇ ਰਿਮੇਨ ਵੈਲਿਡ ਫੋਰਐਵਰ ਪਰ ਚੇਂਜ ਵੀ ਤੁਸੀਂ ਐਨੀ ਟਾਈਮ ਕਰ ਸਕਦੇ ਨਵੀਂ ਵਿਲ ਬਣਾ ਕੇ ਚੇਂਜ ਉਦੋਂ ਕਰਨੀ ਚਾਹੀਦੀ ਹੈ ਜੇ ਕਦੇ ਤੁਹਾਡੇ ਲਾਈਫ ਵਿੱਚ ਕੋਈ ਮੇਜਰ ਚੇਂਜ ਹੁੰਦੇ ਆ ਮੋਸਟ ਕਾਮਨ ਜਿਹੜੇ ਚੇਂਜ ਹੁੰਦੇ ਆ ਜਦੋਂ ਵਿਲ ਨਵੀਂ ਬਣਦੀ ਆ ਜੇ ਤੁਹਾਡਾ ਡਿਵੋਰਸ ਹੁੰਦਾ ਜਾਂ ਤੁਹਾਡੀ ਮੈਰਿਜ ਹੁੰਦੀ ਆ or if you have children ਜਾਂ ਜੇ ਤੁਸੀਂ ਆਪਣੇ distribution change ਕਰਨੀ ਜਾਂ personal representative change ਕਰਨੀ ਆ ਇੱਕ will ਮੈਂ change ਕੀਤੀ ਸੀ last year ਉਹਨਾਂ ਦੀ ਪੁਰਾਣੀ will ਸੀ 1980s ਤੋਂ ਤੇ ਉਹਨੀ 3 personal representative ਆਪਣੇ name ਕੀਤੇ ਸੀ ਉਹ ਤਿੰਨਾਂ ਦੀ ਮੌਤ ਹੋ ਗਈ ਸੀ
Oh. So then at that point ਉਹਨਾਂ ਨੂੰ ਨਵੀਂ will ਬਣਾਉਣੀ ਪੈਣੀ ਸੀ with new personal representatives named. So ਉਹਨੇ ਹੋਰ ਕੁਛ ਨਹੀਂ ਵਾਲਾ ਚੇਂਜ ਕੀਤਾ, ਉਹਨੇ ਡਿਸਟ੍ਰੀਬਿਊਸ਼ਨ ਵੀ ਸੇਮ ਸੀ, ਜੋ ਕੁਛ ਆਪਣੇ ਫਿਊਨਰਲ ਬਾਰੇ ਚਾਹੁੰਦੇ ਸੀ ਉਹ ਵੀ ਸੇਮ ਸੀ, ਸਿਰਫ ਉਹਨੇ ਨਵੇਂ personal representative ਬਣਾਉਣੇ ਸੀ. So we updated the will and made a new one. Aaron, correct me if I'm wrong, ਜਿਹੜੀ will ਹੁੰਦੀ ਆ ਉਹ ਪੂਰੀ ਨਹੀਂ ਮੁੜ ਕੇ ਬਣਾਉਣੀ ਪੈਣੀ, ਜੇ amend ਕਰਨੀ ਕਈ ਵਾਰੀ codicil ਵੀ ਕਰ ਸਕਦੇ, right? Yeah, so ਇੱਕ additional document ਤੁਸੀਂ attach ਕਰ ਸਕਦੇ ਜਿਹਨੂੰ codicil ਸੱਦਦੇ ਆ ਜੀ. So that attaches onto your will ਕਿ ਬਾਕੀ will ਤੁਹਾਡੀ same ਰਹਿੰਦੀ ਆ, ਪਰ certain provision ਉਹਦੇ ਵਿੱਚ change ਹੁੰਦੇ ਆ, like personal representative ਤੁਸੀਂ add ਕਰਨੇ, ਜਾਂ ਕਈ ਵਾਰੀ ਹੁਣ ਜੇ family ਆਪਣੀ ਵੱਧਦੀ ਆ, ਤੁਹਾਡੇ grandchildren ਹੁੰਦੇ ਜਾਂ ਹੋਰ ਜੇ children ਹੁੰਦੇ ਆ, ਉਹ ਵੀ ਤੁਸੀਂ ਵਿੱਚ add ਕਰ ਸਕਦੇ ਆ through what's called a codicil. Basically amendment ਹੁੰਦੀ ਆ, ਜਿੱਦਾਂ ਤੁਸੀਂ lease agreement ਤੇ amendment ਕਰਦੇ ਆ ਜਾਂ mortgage ਤੇ amendment ਕਰਦੇ ਆ, codicil amendment ਹੁੰਦੀ ਆ. And also ਮੈਂ add ਕਰਨਾ ਚਾਹੁੰਦਾ ਹਾਂ, right? Obviously, Aaron, correct me if I'm wrong, but ਤਰੀਕਾ ਹੁੰਦਾ ਆ ਵਸੀਤ ਬਣਾਉਣ ਦਾ, right? ਤੁਸੀਂ ਜੇ ਮੇਰੇ ਕੋਲ one child ਆ, ਮੇਰੇ ਕੋਲ one daughter ਆ right now, and ਮੈਂ ਆਪਣੇ ਵਸੀਤ ਦੇ ਵਿੱਚ ਕਹਿੰਦਾ ਕਿ ਮੇਰੇ daughter ਸਨੇਹਾ ਨੂੰ ਆਹ property ਜਾਣੀ ਆ, but ਮੇਰੇ ਕੋਲ ਫਿਰ second child ਹੁੰਦਾ, right? ਜੀ. ਫਿਰ ਜੇ ਮੈਂ ਪਹਿਲਾਂ ਆਪਣੀ ਵਸੀਤ ਦੇ ਵਿੱਚ ਲਿਖਾਂ and ਮੈਂ ਉਹ distribution ਚਾਹੁੰਦਾ ਕਿ ਮੇਰੇ ਹਰੇਕ ਬੱਚੇ ਨੂੰ equally ਬਰਾਬਰ ਹੋ ਜਾਵੇ. Yeah, so ਤੁਸੀਂ ਜਦੋਂ ਵਸੀਤ ਬਣਾਉਂਦੇ ਆ ਤੁਸੀਂ ਇੱਦਾਂ ਬਣਾ ਸਕਦੇ ਆ ਕਿ ਜੇ ਮੈਨੂੰ ਕੁਝ ਹੋ ਗਿਆ ਮੇਰੇ ਸਪਾਊਸ ਨੂੰ, ਜੇ ਮੇਰੇ ਸਪਾਊਸ ਹੈ ਨਹੀਂ ਫਿਰ ਮੇਰੇ ਬੱਚਿਆਂ ਨੂੰ equally, ਜੇ ਮੇਰਾ ਇੱਕ ਬੱਚਾ ਹੈ ਨਹੀਂ ਫਿਰ ਜਿਹੜਾ ਉਹਨਾਂ ਦਾ ਹਿੱਸਾ ਹੋਣਾ ਸੀ ਉਹਦੇ ਬੱਚਿਆਂ ਨੂੰ ਜਾਣਾ ਹੈ. Okay. ਸੇ ਜੇ ਉਹਨਾਂ ਕੋਲ ਨਹੀਂ ਬੱਚੇ ਹੈਗੇ ਫਿਰ ਜਿਹੜੇ ਮੇਰੇ ਦੋ ਬੱਚੇ ਹੋ ਰਹੇ ਆ, ਰਾਈਟ, ਉਹਨਾਂ ਨੂੰ ਫਿਰ ਉਹਨਾਂ ਦਾ ਹਿੱਸਾ ਤੀਜੇ ਬੱਚੇ ਦਾ ਹਿੱਸਾ ਚਲ ਜਾਣਾ, ਰਾਈਟ? ਸੋ ਤਰੀਕਾ ਵੀ ਹੁੰਦਾ ਆ ਵਸੀਤ ਬਣਾਉਣ ਦਾ. That's right. So ਕੋਈ ਬੰਦਾ ਆਪਣੀ will ਆਪੇ ਵੀ ਲਿਖ ਸਕਦਾ ਤੇ ਵਕੀਲ ਕੋਲ ਜੇ ਨਾ ਜਾਵੇ, ਇਹ ਬਣ ਸਕਦੀ ਹੈ ਗੱਲ ਇਸ ਤਰ੍ਹਾਂ? So law ਦੇ ਥੱਲੇ ਤੁਸੀਂ ਬਣਾ ਸਕਦੇ ਆ, but it is not recommended. Okay. ਕਰਕੇ ਵਸੀਅਤ ਬਣਾਉਣ ਦੇ ਕਈ formalities ਹੁੰਦੇ ਆ ਤੇ ਕਈ requirement ਹੁੰਦੇ ਆ, ਤੇ ਜੇ ਉਹ formality ਤੇ requirement ਨਹੀਂ follow ਹੁੰਦੇ ਤੇ ਤੁਹਾਡੀ ਜਿਹੜੀ ਵਸੀਅਤ ਹੈ ਉਹ invalid ਵੀ ਕਹਿ ਸਕਦੇ, it can become invalid. And ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਸੀ, you can't come back from the dead and change anything. ਜੇ ਤੁਹਾਡੀ will invalid, ਜੇ court find ਕਰ ਲਵੇ ਤੁਹਾਡੀ will invalid ਆ, ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜੋ default rule ਆ ਉਸ ਹਿਸਾਬ ਨਾਲ ਫਿਰ ਤੁਹਾਡੀ distribute ਹੋਊਗੀ ਫਿਰ. Okay. So it's possible, but it's not recommended. ਕਰਕੇ ਫਿਰ ਵੀ and that's one aspect of it. The other aspect is ਕਿ ਜਿਹੜੇ lawyer ਦੀ ਬਣੀ ਹੋਈ will ਆ, it's harder to challenge. ਕਰਕੇ ਉਹ lawyer requirement 'ਚ follow ਕਰਦਾ ਆ, ਤੇ lawyer ਦੀ ਇੱਕ job ਹੁੰਦੀ ਆ ਕਿ ਤੁਹਾਡੀ capacity ਵੀ assess ਕਰਨੀ ਆ ਕਿ ਬੰਦੇ ਦੀ mental state ਕੀ ਸੀ, ਜੇ ਉਹ understand ਕਰਦੇ ਆ, ਜੇ ਉਹਨੀ ਵਸੀਅਤ ਵਿੱਚ ਕੀ ਲਿਖਿਆ ਆ. Oh, yes. ਜੇ lawyer ਦੇ through ਤੁਸੀਂ ਜਾਓ, it's harder to challenge then. ਜਾਂ ਕਈ ਵਾਰੀ ਜਦੋਂ ਕੋਈ ਆਪੇ ਆਪਣੀ ਵਸੀਤ ਬਣਾਉਂਦਾ ਆ ਜਾਂ ਹੈਂਡ ਰਾਈਟਿੰਗ ਦੇ ਵਿੱਚ ਬਣਾਉਂਦਾ ਆ, ਯੂਜੂਲੀ ਸਰਕਮਸਟੈਂਸ ਹੋ ਸਕਦੇ ਕਿ ਜਿਹੜਾ ਕੋਈ ਘਰ ਦਾ ਮੈਂਬਰ ਆ ਉਹ ਧੱਕਾ ਕਰਦਾ ਉਹਨਾਂ pressure ਥੱਲੇ ਲਿਖਿਆ ਹੋਇਆ. but also there's another important component as well, is ਜੇ ਤੁਸੀਂ ਆਪਣੀ ਵਸੀਤ ਬਣਾਉਂਦੇ ਆ ਤੁਸੀਂ ਗਲਤੀ ਕਰਦੇ ਆ, ਤੁਸੀਂ ਗਲਤੀ ਕੀਤੀ ਆ, but ਜੇ ਤੁਹਾਡਾ lawyer ਕੋਈ ਗਲਤੀ ਕਰਦਾ ਉਹਨਾਂ ਕੋਲ ਇੰਸ਼ੋਰੈਂਸ ਹੁੰਦਾ ਆ, ਸੋ ਤੁਹਾਡੇ ਬੈਨੀਫੀਸ਼ਰੀ ਉਸ ਪ੍ਰੋਟੈਕਸ਼ਨ ਤੋਂ ਵੀ ਬੈਨੀਫਿਟ ਕਰਦੇ ਆ, ਰਾਈਟ? So lawyer is not just for knowledge, but it's also for protection and insurance as well. Enduring power of attorney ਕੀ ਹੁੰਦੀ ਹੈ ਤੇ ਪਰਸਨਲ ਡਾਇਰੈਕਟਿਵ ਕੀ ਹੁੰਦਾ ਜੀ ਜਦੋਂ ਅਸੀਂ will ਬਣਾਉਂਦੇ ਆ ਤਾਂ? ਜਿਹੜੇ ਆ ਦੋ ਡਾਕੂਮੈਂਟ ਦੇ ਤੁਸੀਂ ਨਾਂ ਲਏ ਸੀ, enduring power of attorney ਤੇ personal directive, ਜੀ. ਇਹ ਵੀ estate planning ਥੱਲੇ ਆਉਂਦੇ ਆ. ਕਈ ਵਾਰੀ ਇਹਨੂੰ ਸਿੰਪਲ ਟਰਮ ਦੇ ਵਿੱਚ ਲਿਵਿੰਗ will ਵੀ ਸੱਦਦੇ ਆ ਜੀ. ਸੋ ਇਹਨਾਂ ਡਾਕੂਮੈਂਟਾਂ ਦਾ ਫੰਕਸ਼ਨ ਜਿਹੜੀ will ਦੇ ਆ ਸਿਰਫ ਤੁਹਾਡੇ ਡੈਥ ਤੋਂ ਬਾਅਦ ਉਹਦਾ ਇਫੈਕਟ ਹੁੰਦਾ ਆ, ਪਰ ਜਿਹੜੀ enduring power of attorney ਤੇ personal directive ਆ, ਜਿੰਨਾ ਚਿਰ ਤੁਸੀਂ ਜੀਂਦੇ ਆ ਉਦੋਂ ਉਹ ਵੈਲਿਡ ਆ, ਤੇ ਉਹ ਡਾਕੂਮੈਂਟ ਉਦੋਂ ਇਫੈਕਟ ਵਿੱਚ ਆਉਂਦੇ ਆ ਜੇ ਤੁਹਾਨੂੰ ਮੈਡੀਕਲ ਕਪੈਸਿਟੀ ਜੇ ਤੁਹਾਡੀ ਘੱਟ ਜਾਵੇ ਜਾਂ ਰਵੇ ਨਾ. ਸੋ ਕਾਮਨ ਜੇ ਤੁਹਾਨੂੰ ਕੋਮਾ ਹੋ ਜਾਵੇ ਜਾਂ ਕਈ ਵਾਰੀ ਡਿਮੈਂਸ਼ੀਆ ਹੋ ਜਾਂਦਾ, ਡਿਮੈਂਸ਼ੀਆ ਜਾਂ ਆਲਜ਼ਾਈਮਰਸ ਹੋ ਜਾਂਦਾ, ਜੇ enduring power of attorney personal directive ਉਦੋਂ ਫਿਰ ਇਫੈਕਟ ਲਊਗਾ. ਤੇ ਇਹਨਾਂ ਦਾ ਡਾਕੂਮੈਂਟਾਂ ਦਾ ਫੰਕਸ਼ਨ ਇਹ ਆ ਕਿ ਤੁਸੀਂ ਇੱਕ ਪਰਸਨ ਅਪੁਆਇੰਟ ਕਰਦੇ ਆ ਜਿਹੜੇ ਤੁਹਾਡੇ ਲਈ ਡਿਸੀਜਨ ਬਣਾ ਸਕੇ. ਸੋ enduring power of attorney ਥੱਲੇ ਜਿਹੜਾ ਤੁਸੀਂ ਪਰਸਨ ਅਪੁਆਇੰਟ ਕੀਤਾ ਆ, ਉਹਨੀ ਤੁਹਾਡੇ ਫਾਈਨੈਂਸ਼ੀਅਲ ਡਿਸੀਜਨ ਬਣਾਉਣੇ ਆ, ਤੁਹਾਡੇ ਬੈਂਕਿੰਗ ਐਕਸੈਸ ਕਰ ਸਕਦੇ ਆ, ਤੁਹਾਡੇ ਰੀਅਲ estate ਰਿਲੇਟਡ ਕੋਈ ਵੀ ਡਿਸੀਜਨ ਬਣਾ ਸਕਦੇ ਆ. ਤੇ ਜਿਹੜਾ ਪਰਸਨਲ ਡਾਇਰੈਕਟਿਵ ਥੱਲੇ ਆ, ਜਿਹੜਾ ਪਰਸਨ ਤੁਸੀਂ ਅਪੁਆਇੰਟ ਕੀਤਾ ਆ, ਉਹ ਨਹੀਂ ਤੁਹਾਡੇ ਹੈਲਥ ਕੇਅਰ ਜਾਂ ਪਰਸਨਲ ਡਿਸੀਜਨ, ਲਿਵਿੰਗ ਅਰੇਂਜਮੈਂਟ, ਉੱਦਾਂ ਦੇ ਡਿਸੀਜਨ ਤੁਹਾਡੇ ਲਈ ਬਣਾ ਸਕਦੇ ਆ. ਤੇ ਇਹ ਬਹੁਤ ਜ਼ਰੂਰੀ ਹੁੰਦਾ. ਮੈਂ ਆਲਵੇਜ਼ ਰੈਕਮੈਂਡ ਕਰਦਾ ਕਿ will ਦੇ ਨਾਲ ਇਹ ਦੋ ਡਾਕੂਮੈਂਟ ਬਣਾਉਣੇ, ਕਰਕੇ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਤੁਹਾਡੇ ਨਾਲ ਆ ਜਾਵੇ ਬਹੁਤ ਔਖਾ ਆ ਜਿਹੜੇ ਤੁਹਾਡੀ ਫੈਮਿਲੀ ਨੂੰ ਇਹ
ਅਥਾਰਟੀ ਲੈਣ ਨੂੰ, ਜੇ ਡਿਸੀਜਨ ਤੁਹਾਡੇ ਲਈ ਬਣਾਉਣ ਨੂੰ, ਇਹ ਕੋਰਟ ਦੇ ਥਰੂ ਫਿਰ ਜਾਣਾ ਪੈਂਦਾ ਤੇ ਕਾਫੀ ਲੰਬਾ ਤੇ ਐਕਸਪੈਂਸਿਵ ਪ੍ਰੋਸੈਸ ਹੋ ਜਾਂਦਾ। ਇੱਕ ਕੋਈ ਜਿਵੇਂ ਤੁਸੀਂ ਦੱਸਿਆ ਕਿ 80s ਵਿੱਚ ਕੋਈ ਵਿਅਕਤੀ ਆਉਂਦਾ ਬਡਿਆਲ ਲਾ ਕੋਲ ਆਪਣੀ ਵੇਲ ਬਣਾ ਕੇ ਚਲੇ ਜਾਂਦਾ, ਫਿਰ 20 ਸਾਲ ਬਾਅਦ ਉਹਨੂੰ ਚੇਤਾ ਭੁੱਲ ਜਾਂਦਾ, ਕਿਸੇ ਹੋਰ ਲਾਅ ਫਰਮ ਕੋਲ ਨਵੀਂ ਵੇਲ ਬਣਾ ਲੈਂਦਾ। ਉਸ ਕੇਸ ਵਿੱਚ ਕੀ ਹੁੰਦਾ, ਕਿਹੜੀ ਫਾਈਨਲ ਗਿਣੀ ਜਾਂਦੀ ਹੈ? ਸੋ ਜਿਹੜੀ ਮੋਸਟ ਰੀਸੈਂਟ ਵਿਲ ਹੈ ਉਹ ਤੁਹਾਡੀ ਫਾਈਨਲ ਵਿਲ ਹੁੰਦੀ ਆ। ਕਰਕੇ ਹਰੇਕ ਵਿਲ ਦੇ ਵਿੱਚ ਇਹ ਲਿਖਿਆ ਹੁੰਦਾ, ਯੂਜਲੀ ਪਹਿਲੀ ਲਾਈਨ ਜਾਂ ਇਨ ਦ ਬਿਗਿਨਿੰਗ ਆਫ ਦ ਵਿਲ ਲਿਖਿਆ ਹੁੰਦਾ ਕਿ ਜਿਹੜੀ ਵੀ ਤੁਹਾਡੀ ਕੋਈ ਵੀ ਪ੍ਰੀਵੀਅਸ ਵਿਲ ਹੁੰਦੀ ਆ ਉਹ ਤੁਸੀਂ ਰਿਵੋਕ ਕਰਦੇ ਆ ਤੇ ਆ ਤੁਹਾਡੀ ਨਵੀਂ ਵਿਲ ਆ। ਸੋ ਜਿਹੜੀ ਮੋਸਟ ਰੀਸੈਂਟ ਵਿਲ ਤੁਹਾਡੀ ਕਰੰਟ ਵਿਲ ਬਣ ਜਾਂਦੀ ਆ। ਫਿਰ ਹੁਣ ਕਿਸੇ ਵਿਅਕਤੀ ਨੇ ਵਿਲ ਬਣਾਈ, ਫਿਰ ਉਹ ਮਰ ਗਿਆ, ਤੇ ਕਿਵੇਂ ਪਤਾ ਲੱਗੇਗਾ ਕਿ ਉਹਨੇ ਵਿਲ ਬਣਾਈ ਸੀ? ਸੋ ਤੁਹਾਡੀ ਡਿਊਟੀ ਆ ਜਦੋਂ ਤੁਸੀਂ ਵਿਲ ਬਣਾਉਂਦੇ ਆ ਆਪਣੇ ਪਰਸਨਲ ਰੈਪਰੈਜ਼ੈਂਟੇਟਿਵ ਨੂੰ ਦੱਸਣ ਨੂੰ ਕਿ ਤੁਸੀਂ ਨੇਮ ਕੀਤਾ, ਲੈਟਸ ਸੇ ਮੈਂ ਆਪਣੇ ਸਪਾਊਸ ਨੂੰ ਜਾਂ ਆਪਣੇ ਪੇਰੈਂਟਸ ਨੂੰ ਪਰਸਨਲ ਰੈਪਰੈਜ਼ੈਂਟੇਟਿਵ ਬਣਾਇਆ ਤੇ ਮੈਂ ਵਿਲ ਸਾਈਨ ਕੀਤੇ ਤੋਂ ਬਾਅਦ ਮੇਰੇ ਫਰਜ਼ ਬਣਦਾ ਉਹਨਾਂ ਨੂੰ ਦੱਸਣ ਨੂੰ ਕਿ ਆਹ ਮੇਰੀ ਵਿਲ ਆ, ਮੇਰੇ ਕੋਲ ਹੈਗੀ ਆ ਤੇ ਇੱਥੇ ਪਈ ਆ। ਤੇ ਜੇ ਨਹੀਂ ਤੁਸੀਂ ਦੱਸਦੇ ਤੇ ਕਈ ਵਾਰੀ ਕੰਪਲੀਕੇਸ਼ਨ ਆ ਜਾਂਦੀ ਆ। ਪਰ ਜਿਹੜੇ ਵੀ ਲਾਇਰ ਦੇ ਥਰੂ ਤੁਸੀਂ ਬਣਾਈ ਆ ਵਿਲ, ਉਹਨਾਂ ਕੋਲ ਆਲਵੇਜ਼ ਇੱਕ ਡਿਜੀਟਲ ਕਾਪੀ ਜਾਂ ਹਾਰਡ ਕਾਪੀ ਹੁੰਦੀ ਆ। ਤਾਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਉਹ ਬਰਥ ਹੋ ਜਾਂਦੀ ਆ। ਬਟ ਇਟਸ ਯੂਰ ਰਿਸਪੌਂਸਿਬਿਲਿਟੀ ਟੂ ਇਨਸ਼ੋਰ ਕਿ ਤੁਹਾਡੇ ਫੈਮਿਲੀ ਨੂੰ ਪਤਾ ਹੋਵੇ ਤੁਹਾਡੀ ਵਿਲ ਕਿੱਥੇ ਆ ਤੇ ਹੈਗੀ ਆ। ਤੇ ਆਪਣੀ ਕਮਿਊਨਿਟੀ 'ਚ ਕਈ ਵਾਰੀ ਹੋ ਜਾਂਦਾ ਕਿ ਆਪਾਂ ਡਰਦੇ ਆ ਲੋਕਾਂ ਨੂੰ ਦੱਸਣ ਨੂੰ ਕਿ ਸਾਡੇ ਕੋਲ ਵਿਲ ਆ ਜਾਂ it becomes a very secret thing. It's not something that should be secret. ਜੇ ਤੁਹਾਡੀ estate administrator ਹੁੰਦੀ ਆ, ਤੁਹਾਡੀ will ਇੱਕ public document ਬਣ ਜਾਂਦੀ ਆ। Okay. So anybody can do a court search and access your will if your estate goes to administration. ਜੇ probate ਉਹਦੀ ਹੋ ਜਾਂਦੀ ਆ। So ਇਹ 'ਚ ਕੋਈ ਚੀਜ਼ secret ਨਹੀਂ ਰੱਖਣੀ ਚਾਹੀਦੀ, and especially to your children. Your children should know you have a will and what's in the will. ਕਰਕੇ ਤੁਹਾਡੇ ਗਿਆਨ ਤੋਂ ਬਾਅਦ ਤਾਂ ਫਿਰ ਉਹਨੀ ਸਾਂਭਣਾ ਤੁਹਾਡਾ, right? ਬਿਲਕੁਲ ਠੀਕ ਹੈ ਜੀ। ਜੁਆਇੰਟ ਟੈਨੈਂਸੀ ਐਂਡ ਟੈਨੈਂਸੀ ਇਨ ਕਾਮਨ, ਇਹਦਾ ਕੀ ਫਰਕ ਹੁੰਦਾ ਜੀ? ਸੋ ਜੁਆਇੰਟ ਟੈਨੈਂਸੀ ਐਂਡ ਟੈਨੈਂਸੀ ਇਨ ਕਾਮਨ ਦਾ ਬਹੁਤ ਫਰਕ ਹੁੰਦਾ ਆ। ਸੋ ਜੇ ਮੈਂ ਕੋਈ ਪ੍ਰੋਪਰਟੀ ਓਨ ਕਰਦਾ ਆ ਐਂਡ ਮੈਂ ਜੁਆਇੰਟ ਟੈਨੈਂਟ ਦੀ ਤੌਰ 'ਤੇ ਇਹੋ ਪ੍ਰੋਪਰਟੀ ਓਨ ਕਰਦਾ ਆ, ਜੇ ਮੇਰੀ ਡੈਥ ਹੁੰਦੀ ਆ ਫਿਰ ਜਿਹੜਾ ਮੇਰਾ ਕੋ ਓਨਰ ਆ, ਮੇਰਾ ਹਿੱਸਾ ਉਹਨਾਂ ਨੂੰ ਚਲ ਜਾਂਦਾ ਆ। ਸੋ ਲੈਟਸ ਸੇ ਮੈਂ ਆਪਣੇ ਫਰੈਂਡ ਦੇ ਨਾਲ ਕੋਈ ਪ੍ਰੋਪਰਟੀ ਓਨ ਕਰਦਾ ਐਂਡ ਅਸੀਂ ਜੁਆਇੰਟ ਟੈਨੈਂਟ ਆ, ਫਿਰ ਮੇਰਾ ਜਿਹੜਾ ਹਿੱਸਾ ਆ ਉਹਨੂੰ ਚਲ ਜਾਣਾ, ਮੇਰੀ ਵਾਈਫ ਨੂੰ ਨਹੀਂ ਜਾਣਾ, ਮੇਰੇ ਡਾਟਰਸ ਨੂੰ ਨਹੀਂ ਜਾਣਾ। ਸੋ ਦੈਟਸ ਨਾਟ ਇਹੋ ਐਸ ਰਿਲੇਸ਼ਨਸ਼ਿਪ ਦੇ ਵਿੱਚ ਇਹੋ ਜੁਆਇੰਟ ਟੈਨੈਂਸੀ ਨਹੀਂ ਹੋਣੀ ਚਾਹੀਦੀ। ਪਰ ਮੈਂ ਆਪਣੀ ਵਾਈਫ ਦੇ ਨਾਲ ਓਨ ਕਰਦਾ ਆ ਫਿਰ ਜੁਆਇੰਟ ਟੈਨੈਂਸੀ ਠੀਕ ਰਹਿੰਦੀ ਆ। ਜੇ ਮੈਂ ਟੈਨੈਂਟ ਇਨ ਕਾਮਨ ਆ, ਉਹਦਾ ਮਤਲਬ ਹੈ ਕਿ ਜਿਹੜਾ ਜਦੋਂ ਮੇਰੀ ਡੈਥ ਹੁੰਦੀ ਆ, ਜਿਹੜਾ ਮੇਰਾ ਹਿੱਸਾ ਆ ਉਹ ਮੇਰੀ ਵਸੀਅਤ ਦੇ ਥਰੂ ਡਿਸਟਰੀਬਿਊਟ ਹੁੰਦਾ ਆ। ਸੋ ਜੇ ਮੈਂ ਆਪਣੇ ਫਰੈਂਡ ਦੇ ਨਾਲ ਕੋਈ ਪ੍ਰੋਪਰਟੀ ਓਨ ਕਰਦਾ, ਮੈਂ ਆਪਣੇ ਬ੍ਰਦਰ ਦੇ ਨਾਲ ਕੋਈ ਪ੍ਰੋਪਰਟੀ ਓਨ ਕਰਦਾ, ਜੇ ਅਸੀਂ ਟੈਨੈਂਟ ਇਨ ਕਾਮਨ ਆ, ਮੇਰਾ ਹਿੱਸਾ ਮੇਰੀ ਵਸੀਅਤ ਦੇ ਥਰੂ ਜਾਊਗਾ, ਕੋ ਓਨਰ ਨੂੰ ਨਹੀਂ ਆਟੋਮੈਟਿਕਲੀ ਜਾਣਾ। ਐਂਡ ਆਲਸੋ ਜੇ ਅਸੀਂ ਜੁਆਇੰਟ ਟੈਨੈਂਟ ਆ, ਜੇ 4 ਓਨਰ ਆ, 25% ਲਾ ਲਓ, ਰਾਈਟ? ਅਕਸਰ ਆਪਣੇ ਫਰੈਂਡਸ ਇਕੱਠੇ ਹੋ ਕੇ ਕੋਈ ਪ੍ਰਾਪਰਟੀ ਲੈ ਲੈਂਦੇ ਆ। ਉਸ ਕੇਸ ਵਿੱਚ ਸਾਡੇ ਆਫਿਸ ਦੇ ਵਿੱਚ ਕੇਸ ਕਈ ਆਉਂਦੇ ਆ ਜਦੋਂ ਕਿਸੇ ਫਰੈਂਡ ਦੀ ਡੈਥ ਹੁੰਦੀ ਹੈ ਐਂਡ ਉਹਨਾਂ ਦਾ ਹਿੱਸਾ ਦੂਜੀ ਪਾਰਟੀ ਨੂੰ ਚਲ ਜਾਂਦਾ ਆ ਬਿਕਾਜ਼ ਉਹ ਜੁਆਇੰਟ ਟੈਨੈਂਟ ਆ। ਬਟ ਜੇ ਤੁਸੀਂ ਕੋਈ ਇੰਟੈਂਸ਼ਨ ਸ਼ੋਅ ਕਰਦੇ ਆਪਣੇ ਲਾਈਫ ਦੇ ਵਿੱਚ ਜੁਆਇੰਟ ਟੈਨੈਂਸੀ ਤੋੜਨ ਲਈ, ਰਾਈਟ, ਫਿਰ ਓਬਵੀਅਸਲੀ ਤੁਸੀਂ ਕੇਸ ਬਣਾ ਸਕਦੇ ਆ। ਬਟ ਵੈਰੀ ਸਿੰਪਲ ਆ, ਉਹ ਤਾਂ ਕੰਪਲੀਕੇਟਡ expensive litigation ਹੋ ਜਾਂਦਾ ਆ। But it's very simple to go to land title office and just change it. ਜਾਂ ਤੁਹਾਡਾ lawyer ਤੁਹਾਨੂੰ ਪਹਿਲਾਂ ਐਕਸਪਲੇਨ ਕਰੇ। ਜਿਹੜੀ ਸਾਡੀ ਹਰੇਕ ਰੀਅਲ ਏਸਟੇਟ ਮੀਟਿੰਗ ਸਾਡੇ ਆਫਿਸ ਹੁੰਦੀ ਹੈ, ਇਹੋ ਪਹਿਲੀ ਗੱਲ ਹੁੰਦੀ ਹੈ ਜਿਹੜੀ ਅਸੀਂ ਉਹਨਾਂ ਨੂੰ ਪੁੱਛਦੇ ਹਾਂ। ਈਵਨ ਲੈਟਸ ਸੇ I got 2 daughters ਐਂਡ ਜੇ ਮੈਂ ਇੱਕ ਡਾਟਰ ਦੇ ਨਾਲ ਜੁਆਇੰਟ ਟੈਨੈਂਟ ਦੀ ਤੌਰ 'ਤੇ ਪ੍ਰੋਪਰਟੀ ਲੈਂਦਾ ਆ, ਉਹਨੂੰ ਪ੍ਰੋਪਰਟੀ ਚਲ ਜਾਂਦੀ ਆ। ਬਟ ਜੇ ਮੇਰੀ ਦੂਜੀ ਡਾਟਰ ਆ, ਉਹਨੂੰ ਕੁਛ ਨਹੀਂ ਮਿਲਣਾ ਉਸ ਪ੍ਰੋਪਰਟੀ ਤੋਂ। ਸੋ ਇਹ ਵੀ ਮਸਲਾ ਹੋ ਸਕਦਾ ਆ। ਇੱਕ ਹੋਰ ਕੁਐਸਚਨ ਹੈਗਾ ਜੀ ਕਿ ਇੱਕ ਵਿਲ ਬਣੀ, ਉਦੋਂ ਵਿਆਹ ਕੋਈ ਹੋਰ ਸੀਗਾ, ਪਰ ਫਿਰ ਵਿਆਹ ਟੁੱਟ ਗਿਆ ਜਾਂ ਕੁਛ ਵੀ ਕਾਰਨ ਹੋਇਆ, ਦੁਬਾਰਾ ਵਿਆਹ ਹੋ ਗਿਆ, ਸੈਕਿੰਡ ਮੈਰਿਜ ਹੋ ਗਈ, ਵਿਲ ਸਟੈਂਡ ਕਰਦੀ ਹੈ ਜੀ ਜਿਹੜੀ ਬਣੀ ਹੋਈ ਹੈ? ਸੋ ਅਲਬਰਟਾ ਦੇ ਲਾਅ ਥੱਲੇ ਸੈਕਿੰਡ ਮੈਰਿਜ ਜਿਹੜੀ ਵਿਲ ਨੂੰ ਕੈਂਸਲ ਨਹੀਂ ਕਰਦੀ। ਪਰ ਜੇ ਤੁਹਾਡੀ ਸੈਕਿੰਡ ਮੈਰਿਜ ਹੁੰਦੀ ਆ, ਜੇ ਤੁਹਾਡੇ ਵਿਲ ਦੇ ਵਿੱਚ ਤੁਹਾਡੇ ਪਹਿਲੇ ਸਪਾਊਸ ਤੇ ਮੈਂਸ਼ਨ ਹੈਗਾ, ਲੈਟਸ ਸੇ ਤੁਸੀਂ ਆਪਣੇ ਪਹਿਲੇ ਸਪਾਊਸ ਨੂੰ ਪਰਸਨਲ ਰੈਪਰੈਜ਼ੈਂਟੇਟਿਵ ਨੇਮ ਕੀਤਾ ਆ ਜਾਂ ਪਹਿਲੇ ਸਪਾਊਸ ਨੂੰ ਬੈਨੀਫਿਸ਼ਰੀ ਬਣਾਇਆ ਆ,
ਉਸ will ਦੇ ਵਿੱਚ ਜਿਹੜੇ ਉਹ ਪ੍ਰੋਵੀਜ਼ਨ ਆ ਕੈਂਸਲ ਹੋ ਜਾਣੀ ਆ, ਬਾਕੀ will ਜਿਹੜੀ ਵੈਲਿਡ ਰਹੂਗੀ। ਸੋ ਜਿਹੜੀ will ਹੁੰਦੀ ਆ ਉਹ 'ਚ ਆਪਾਂ ਇਕੱਲਾ ਇੱਕ ਪਰਸਨਲ ਰੈਪਰੈਜ਼ੈਂਟੇਟਿਵ ਨਹੀਂ ਨੇਮ ਕਰਦੇ ਆ, ਸੈਕਿੰਡ ਤੇ ਥਰਡ ਆਪਸ਼ਨ ਵੀ ਆਪਾਂ ਪਾਉਂਦੇ ਆ ਜੇ ਇਨ ਕੇਸ ਪਹਿਲੇ ਆਪਸ਼ਨ ਦੀ ਡੈਥ ਹੋ ਜਾਵੇ ਜਾਂ ਉਹ ਅਨਏਬਲ ਟੂ ਐਕਟ ਹੋ ਜਾਣ। ਸੋ ਉਹ ਪ੍ਰੋਵੀਜ਼ਨਾਂ ਕੈਂਸਲ ਹੋ ਜਾਂਦੀਆਂ, ਤੁਹਾਡੇ ਪਹਿਲੇ ਸਪਾਊਸ ਦਾ pretty much ਨਾਂ ਕੱਟ ਹੋ ਜਾਂਦਾ will ਤੋਂ, ਪਰ ਬਾਕੀ will ਤੁਹਾਡੀ ਵੈਲਿਡ ਰਹਿੰਦੀ ਆ। ਸੋ ਸਮਟਾਈਮਸ ਦੈਟਸ ਨਾਟ ਅ ਬੈਡ ਥਿੰਗ। ਲੈਟਸ ਸੇ ਜੇ ਤੁਸੀਂ ਆਪਣੇ ਸੈਕਿੰਡ ਥਰਡ ਚੋਇਸ ਤੁਹਾਡੇ ਬੱਚੇ ਆ, ਤੁਹਾਡੇ ਪਰਸਨਲ ਰੈਪਰੈਜ਼ੈਂਟੇਟਿਵ ਜਾਂ ਤੁਹਾਡੇ ਬੈਨੀਫਿਸ਼ਰੀ ਲਈ, ਜੇ ਤੁਹਾਡਾ ਇੰਟੈਂਸ਼ਨ ਉਹੀ ਆ then technically you can keep that same will। ਉਹ ਜਿਹੜੇ ਪ੍ਰੋਵੀਜ਼ਨ ਪਹਿਲਾਂ ਨਹੀਂ ਅਪਲਾਈ ਕਰਨੇ, but a second marriage does not cancel a will। ਕੈਨੇਡਾ ਦੇ ਵਿੱਚ ਬਣੀ ਹੋਈ ਵਿਲ ਬਾਹਰ ਵੀ ਕੰਮ ਕਰਦੀ ਹੈ, ਬਾਹਰਲੇ ਮੁਲਕ ਵਿੱਚ, ਹੋਰ ਕਿਸੇ ਦੇਸ਼ ਵਿੱਚ? ਸੋ ਡਿਪੈਂਡ ਕਰਦਾ ਆ। ਮੋਸਟ ਕਾਮਨ ਤਾਂ ਸਾਡਾ ਹੁਣ ਕੁਐਸਚਨ ਹੁੰਦਾ ਕਿ ਸਾਡੇ ਕੋਲ ਜੀ ਇੰਡੀਆ ਜ਼ਮੀਨ ਆ, ਹਾਂਜੀ, ਅਸੀਂ ਇੱਥੇ ਵਸੀਅਤ ਬਣਾਉਣੀ ਆ ਕਿ ਉੱਥੇ ਦੀ ਜ਼ਮੀਨ ਕਿੱਦਾਂ ਡਿਸਟਰੀਬਿਊਟ ਹੋਣੀ ਆ। ਤੇ ਜਿਹੜੀ ਕੈਨੇਡਾ 'ਚ ਬਣੀ ਉਹ ਵਿਲ ਸਰਟਨ ਕੰਟਰੀਆਂ ਦੇ ਵਿੱਚ ਅਪਲਾਈ ਹੁੰਦੀ ਆ, ਮੋਸਟ ਕਾਮਨਲੀ the US, UK, ਆਸਟ੍ਰੇਲੀਆ, ਜਿਹੜੀਆਂ ਕੰਟਰੀਆਂ ਇੱਕ ਕਨਵੈਨਸ਼ਨ ਦਾ ਜਿਹੜੇ ਪਾਰਟ ਫਾਈਵ ਆਈਜ਼ ਜਿਹੜੀ ਹੈਗੀਆਂ। ਜਾਂ ਹੋਰ ਵੀ ਕੰਟਰੀਆਂ ਉਸ ਕਨਵੈਨਸ਼ਨ ਥੱਲੇ ਆ। ਅੱਛਾ ਜੀ। ਤੁਸੀਂ ਆਨਲਾਈਨ ਉਹ ਸਰਚ ਕਰਕੇ ਲਿਸਟ ਕਰ ਸਕਦੇ, ਪਰ ਇੰਡੀਆ ਉਸ ਕਨਵੈਨਸ਼ਨ ਦਾ ਪਾਰਟ ਨਹੀਂ ਹੈਗਾ। ਔਰ ਪਾਕਿਸਤਾਨ। ਸੋ ਜਿਹੜੀਆਂ ਇਹ ਇੰਡੀਆ ਪਾਕਿਸਤਾਨ ਦੇ ਵਿੱਚ ਤੁਹਾਡੀ ਜੇ ਜ਼ਮੀਨ ਆ, ਤੁਹਾਨੂੰ ਉੱਥੇ ਜਾ ਕੇ ਵਿਲ ਬਣਾਉਣੀ ਪਊਗੀ, ਉੱਥੇ ਜਾ ਕੇ ਵਕੀਲ ਨਾਲ ਗੱਲ ਕਰਨੀ ਪਊਗੀ, ਕਰਕੇ ਜਿਹੜੀ Makes ਤੁਹਾਡੀ sense। ਕੈਨੇਡੀਅਨ ਵਿਲ ਉੱਥੇ ਲੀਗਲ ਇਫੈਕਟ ਨਹੀਂ ਉਹਦਾ ਕੋਈ ਹੈਗਾ। ਪਰ ਕਈ ਵਾਰੀ ਸਾਡੇ ਆਫਿਸ 'ਚ ਆਉਂਦੇ ਆਪਣੇ ਕਲਾਇੰਟ, ਉਹ ਆਪਣੀ ਇੰਡੀਆ ਵਾਲੀ ਵਿਲ ਮੈਂਸ਼ਨ ਕਰ ਲੈਂਦੇ ਆ ਆਪਣੇ ਕੈਨੇਡੀਅਨ ਵਿਲ ਦੇ ਵਿੱਚ। ਉਹਦੇ ਨਾਲ ਇਹ ਹੋ ਜਾਂਦਾ ਤੁਹਾਡੇ ਫੈਮਿਲੀ ਨੂੰ ਫਿਰ ਪਤਾ ਹੈ ਤੁਸੀਂ ਤੁਹਾਡੇ ਇੰਟੈਂਸ਼ਨ ਕੀ ਹੈ, ਤੁਹਾਡੇ ਵਿਸ਼ ਕੀ ਆ, ਜੀ। ਫਿਰ ਐਕਟਸ ਐਜ਼ ਅ ਗਾਈਡ, ਬਟ ਉਹਦਾ ਕੋਈ ਲੀਗਲ ਇਫੈਕਟ ਨਹੀਂ ਹੈਗਾ ਇੰਡੀਆ 'ਚ। ਸੋ ਇਟਸ ਆਲਵੇਜ਼ ਰੈਕਮੈਂਡਡ ਜਿਹੜੀ ਤੁਹਾਡੀ ਇੰਡੀਆ ਜਾਂ ਪਾਕਿਸਤਾਨ ਤੁਹਾਡੀ ਕੋਈ ਜ਼ਮੀਨ ਆ ਜਾਂ ਬਿਜ਼ਨਸ ਜਾਂ ਕੋਈ ਵੀ ਪ੍ਰੋਪਰਟੀ ਉੱਥੇ ਆ, ਕਈ ਵਾਰੀ ਆਪਣੇ ਬੈਂਕ ਅਕਾਊਂਟ ਹੁੰਦੇ ਆ ਜਾਂ ਪੈਨਸ਼ਨ ਅਕਾਊਂਟ ਹੁੰਦੇ ਆ, ਤੁਹਾਨੂੰ ਉੱਥੇ ਕਿਸੇ ਵਕੀਲ ਨਾਲ ਬਹਿ ਕੇ ਉਹਦੀ ਪਲਾਨਿੰਗ ਕਰਨੀ ਚਾਹੀਦੀ ਹੈ, ਬਿਕਾਜ਼ ਕੈਨੇਡੀਅਨ ਵਿਲ will not have an effect there। ਹਸਬੈਂਡ ਤੇ ਵਾਈਫ ਰਲ ਕੇ ਇੱਕ ਵਿਲ ਬਣਾ ਸਕਦੇ ਆ? ਸੋ mirror will ਉਹਨੂੰ ਸੱਦਦੇ ਆ। It's going to be separate document ਹੋਣੀ each person ਲਈ, ਪਰ ਜੇ ਤੁਹਾਡੀ distribution same ਹੈ, ਤੁਸੀਂ ਇੱਕ ਦੂਜੇ ਨੂੰ personal representative ਬਣਾਉਣਾ, equally ਤੁਸੀਂ distribute ਕਰਨਾ, it acts as a mirror। so ਲਿਖਿਆ same ਹੁੰਦਾ ਪਰ ਨਾ different ਹੁੰਦੇ ਆ, switch ਹੋਇਆ ਹੁੰਦਾ, but each person ਦੀ ਆਪਣੀ individual will ਹੁੰਦੀ ਆ। ਰਾਈਟ ਜੀ। ਹੁਣ ਕੁਝ ਕੁਐਸਚਨ ਆਏ ਆ ਸਾਡੇ ਕੋਲ। ਕੈਪਟਨ ਪ੍ਰਭਜੀਤ ਗਰੇਵਾਲ ਜੀ ਦਾ ਕੁਐਸਚਨ ਆ ਕਿ ਜੇ ਤੁਹਾਡੇ ਘਰ ਦਾ ਟਾਈਟਲ ਜਿਹੜਾ ਤੁਹਾਡੇ ਬੱਚਿਆਂ ਦੇ ਨਾਮ ਤੇ ਹੈ, ਤੇ ਕੀ ਤੁਹਾਡੀ ਡੈਥ ਤੋਂ ਬਾਅਦ ਉਹ ਘਰ ਆਪਣੇ ਆਪ ਆਟੋਮੈਟਿਕਲੀ ਬੱਚਿਆਂ ਨੂੰ ਟ੍ਰਾਂਸਫਰ ਹੋ ਜਾਏਗਾ ਕਿ ਵਿਲ ਚਾਹੀਦੀ ਹੋਏਗੀ? ਆਟੋਮੈਟਿਕਲੀ ਕੁਛ ਨਹੀਂ ਟ੍ਰਾਂਸਫਰ ਹੁੰਦਾ, ਤੁਹਾਨੂੰ ਆਲਵੇਜ਼ ਡਾਕੂਮੈਂਟ ਫਾਈਲ ਕਰਨਾ ਪੈਂਦਾ। ਈਵਨ ਜੇ ਤੁਸੀਂ ਜੁਆਇੰਟ ਟੈਨੈਂਟ ਆ, ਤੁਹਾਨੂੰ ਡਾਕੂਮੈਂਟ ਫਾਈਲ ਕਰਨਾ ਪੈਂਦਾ ਆ। ਐਂਡ ਜੇ ਤੁਸੀਂ ਟੈਨੈਂਟ ਇਨ ਕਾਮਨ ਆ, ਤੁਹਾਨੂੰ ਉਹ ਆਟੋਮੈਟਿਕਲੀ ਨਹੀਂ ਟ੍ਰਾਂਸਫਰ ਹੁੰਦਾ, ਉਹ ਤੁਹਾਨੂੰ ਤੁਹਾਡੀ ਵਸੀਅਤ ਐਡਮਿਨਿਸਟਰ ਕਰਨੀ, ਪ੍ਰੋਬੇਟ ਕਰਨੀ ਪੈਂਦੀ, ਪ੍ਰੋਬੇਟ ਕਰਨੀ ਪੈਣੀ ਹੈ। ਜੇ ਤੁਹਾਡੇ ਕੋਲ ਵਸੀਅਤ ਹੈ ਨਹੀਂ, ਫਿਰ ਤੁਹਾਨੂੰ ਆਪਣੀ ਅਸਟੇਟ ਐਡਮਿਨਿਸਟਰ ਕਰਨੀ ਪੈਂਦੀ ਆ। ਸੋ ਆਟੋਮੈਟਿਕਲੀ ਨਹੀਂ ਟ੍ਰਾਂਸਫਰ ਹੁੰਦਾ। ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੁਆਇੰਟ ਟੈਨੈਂਟ ਆ ਜਾਂ ਟੈਨੈਂਟ ਇਨ ਕਾਮਨ ਆ। ਐਂਡ ਆਲਸੋ ਰਿਮੈਂਬਰ ਜੇ 4 ਓਨਰ ਆ ਐਂਡ ਤੁਸੀਂ ਜੁਆਇੰਟ ਟੈਨੈਂਟ ਆ, ਯੂਰ 25% ਈਚ। ਜੇ ਇੱਕ ਦਾ ਪੂਰਾ ਹੁੰਦਾ ਫਿਰ 33% ਈਚ ਹੋ ਜਾਂਦਾ, ਫਿਰ ਦੂਜਾ ਓਨਰ ਹੋ ਜਾਂਦਾ, ਫਿਰ 50-50। ਲਾਸਟ ਸਰਵਾਈਵਰ ਗੈਟਸ ਐਵਰੀਥਿੰਗ। ਸੋ ਤੁਹਾਨੂੰ ਤਰੀਕੇ ਦੇ ਨਾਲ ਆਪਣਾ ਟਾਈਟਲ ਰਜਿਸਟਰ ਕਰਨਾ ਚਾਹੀਦਾ ਆ। ਜੀ। ਇੱਕ ਕੁਐਸਚਨ ਹੈ ਮਿਸਟਰ ਧਾਲੀਵਾਲ, ਖੁਸ਼ ਧਾਲੀਵਾਲ ਲਿਖਦੇ ਆ ਜੀ ਕਿ ਅੱਜ ਮੇਰੀ ਉਮਰ 25 ਸਾਲ ਦੀ ਆ, ਮੇਰਾ ਰਿਪਰੈਜ਼ੈਂਟੇਟਿਵ ਜਿਹੜਾ ਉਹ 40 ਦਾ ਹੈ, ਜਿਹਨੇ ਮੇਰੀ ਵਿਲ ਬਣਾਈ। ਇਨ ਕੇਸ ਰਿਪਰੈਜ਼ੈਂਟੇਟਿਵ ਡਾਈਜ਼ ਬਿਫੋਰ ਮਾਈ ਸੈਲਫ, ਵਾਟ ਇਜ਼ ਗੋਇੰਗ ਟੂ ਹੈਪਨ? ਸੋ ਜੇ ਤੁਹਾਡੇ ਵਿਲ ਦੇ ਵਿੱਚ ਤੁਸੀਂ ਸੈਕਿੰਡ ਐਂਡ ਥਰਡ ਵੀ ਨੇਮ ਕੀਤੇ ਹੋ ਰੈਪਰੈਜ਼ੈਂਟੇਟਿਵ, ਯੂਜੂਅਲੀ ਜੇ ਇਨ ਕੇਸ ਪਹਿਲੇ ਰੈਪਰੈਜ਼ੈਂਟੇਟਿਵ ਦੀ ਡੈਥ ਹੋ ਜਾਵੇ, ਸੈਕਿੰਡ ਥਰਡ ਆ ਜਾਵੇ, ਜੇ ਤਾਂ ਉਹ ਅਜੇ ਜੀਂਦੇ ਆ then you should be okay, but it depends। ਹੁਣ ਜੇ ਸਾਰੇ ਤੁਹਾਡੇ representative ਤੁਹਾਡੇ ਨਾਲ older ਆ, ਹੁਣ ਜਿਹੜੀ ਮੇਰੀ personal will ਹੋਵੇ, ਮੈਂ ਆਪਣੇ ਜੇ parents name ਕੀਤੇ ਹੋਵੇ, ਜੇ you need to be realistic about how old you are and how old they are। and ਮੈਂ always recommend ਕਰਦਾ ਹੁੰਦਾ, ਹੁਣ ਕਈ ਵਾਰੀ ਜਿਹੜੇ ਸਿਆਣੇ ਲੋਕ ਆਪਣੇ ਆਫਿਸ 'ਚ ਆਉਂਦੇ ਆ 70, 80, 60 to 80 year old ਹੁੰਦੇ ਆ, ਕਈ ਵਾਰੀ ਆਪਣੇ ਸਪਾਊਸ ਨੂੰ ਨੇਮ ਕਰਦੇ ਆ as a representative। it's sometimes more realistic to name your children। ਜੇ adult children ਆ, ਤੁਹਾਡਾ relationship good ਆ ਤੇ ਤੁਸੀਂ ਉਹਨਾਂ ਨੂੰ trust ਕਰਦੇ ਆ, it's always better to name somebody younger than you, ਜਿਹੜਾ so you don't have to keep coming back and changing your will। ਵਿਲ ਬਣਾਉਣ 'ਤੇ ਖਰਚਾ ਕਿੰਨਾ ਕੁ ਹੋ ਜਾਂਦਾ ਜੀ?
ਡਿਪੈਂਡ ਕਰਦਾ ਇਟਸ ਕੇਸ ਬਾਈ ਕੇਸ ਬੇਸਿਸ ਤੇ ਹੁੰਦਾ ਆ ਸਾਡੇ ਫਲੈਟ ਰੇਟ ਵੀ ਅਸੀਂ ਆਫਰ ਕਰਦੇ ਆ ਪਰ ਕਈ ਵਾਰੀ estate complex ਹੋ ਜਾਂਦੇ ਆ ਉਹਦੇ ਵਿੱਚ ਸਾਨੂੰ ਹੋਰ ਸਰਚ ਕਰਨੇ ਪੈਂਦੇ ਆ ਜਾਂ ਡਿਫਰੈਂਟ ਪ੍ਰੋਵੀਜ਼ਨ ਐਡ ਕਰਨੇ ਡਿਪੈਂਡ ਪੈਂਦੇ ਆ ਕਰਦਾ ਉਹਦੇ ਉੱਤੇ ਸੋ ਇਟਸ ਆਲ ਔਨ ਅ ਕੇਸ ਬਾਈ ਕੇਸ ਬੇਸਿਸ ਬਟ ਸਾਡੇ ਆਪਾਂ ਫਲੈਟ ਰੇਟ ਵੀ ਆਫਰ ਕਰਦੇ ਆ ਇਹਦੇ ਕਿ ਜੇ ਦੋ ਪਰਸਨਸ ਹੂ ਆਰ ਨਾਟ ਡਾਈਵੋਰਸਡ ਫਰੋਮ देयर ਫਰਸਟ ਮੈਰਿਜ ਐਂਡ ਲਿਵਿੰਗ ਇਨ ਕਾਮਨ ਲਾਅ ਫਾਰ ਦ ਲਾਸਟ 13 ਇਅਰਸ ਤੇ ਉਹਨਾਂ ਦੀ ਪ੍ਰਾਪਰਟੀ ਦੀ ਡਿਵੀਜ਼ਨ ਦੇ ਉੱਤੇ ਕੀ ਅਸਰ ਪੈਂਦਾ ਹੈ ਸੋ ਆਈ ਬਲੀਵ ਕਿ ਲਾਅ ਥੱਲੇ ਜੇ ਤੁਸੀਂ 2 ਸਾਲ ਤੋਂ ਬਾਅਦ ਹੋ ਗਿਆ ਤੁਹਾਨੂੰ ਸੈਪਰੇਟ ਰਹਿੰਦੇ ਆ ਨੂੰ then they are revoked under the estate planning. So but it gets complex. So ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਤੁਹਾਡੇ ਲਾਈਫ 'ਚ ਕੋਈ ਮੇਜਰ ਚੇਂਜ ਹੁੰਦੇ ਆ it's always a good time to change your will at that time. But as far as I understand ਜੇ 2 ਸਾਲ ਤੋਂ ਬਾਅਦ ਤੁਹਾਨੂੰ ਹੋ ਗਏ ਆ ਤੇ ਉਹ ਡਿਸਟ੍ਰੀਬਿਊਸ਼ਨ ਫਿਰ ਕੈਂਸਲ ਹੋ ਜਾਂਦੀ ਪਹਿਲੇ ਸਪਾਊਸ ਨੂੰ ਫਿਰ Yeah, it's an intersection of family law and estate law as well, right? ਜੀ ਸੋ ਆਈ ਹੈਵ 2 ਚਿਲਡਰਨ ਆਪਣੀ ਵਿਲ ਦੇ ਵਿੱਚ ਅਸੀਂ ਇੱਕ ਨੂੰ ਟਰਸਟੀ ਵੀ ਬਣਾਇਆ ਹੋਇਆ ਐਂਡ ਕੈਨ ਦੈਟ ਟਰਸਟੀ ਰਿਫਿਊਜ਼ ਟੂ ਸੈਲ ਅਵਰ ਪ੍ਰੋਪਰਟੀ ਫॉर years ਔਰ ਕੈਨ ਹੀ ਐਨੀ ਵੇ ਬਲੈਕਮੇਲ ਦੀ ਅਦਰ ਗਾਈ ਹੋ ਸਕਦਾ ਆ ਸੋ ਯੂ ਕੈਨ ਜਿਹੜੀ ਹੁਣ ਪਰਸਨਲ ਰੈਪਰੈਜ਼ੈਂਟੇਟਿਵ ਦਾ ਫਰਜ਼ ਬਣਦਾ ਆ ਤੁਹਾਡੀ estate ਨੂੰ ਸਾਂਭਣ ਨੂੰ ਤੁਹਾਡੀ ਪ੍ਰਾਪਰਟੀ ਨੂੰ ਸਾਂਭਣ ਨੂੰ ਬਟ there is an area of the law called estate litigation ਜਿਹੜੇ ਕੋਰਟ ਵਿੱਚ ਕੇਸ ਜਾਂਦੇ ਆ ਤੇ ਇਦਾਂ ਦੇ ਸਰਕਮਸਟੈਂਸ ਅਰਾਈਜ਼ ਹੁੰਦੇ ਆ you sometimes you can't control it ਪਰ ਜਿਹੜੇ ਵੀ ਬੈਨੀਫਿਸ਼ਰੀ ਆ ਤੁਹਾਡੇ ਵਿਲ ਦੇ ਵਿੱਚ ਉਹਨਾਂ ਦਾ ਹੱਕ ਆ ਉਹ ਕੋਰਟ ਤੇ ਜਾ ਕੇ ਆਪਣਾ ਹੱਕ ਨੂੰ ਐਕਸਪੈਂਡ ਕਰ ਸਕਦੇ ਆ it can always be challenged and fought in court ਤੇ ਜਿਹੜੀ ਪਰਸਨਲ ਰੈਪਰੈਜ਼ੈਂਟੇਟਿਵ ਡਿਊਟੀ ਹੁੰਦੀ ਆ ਉਹਨੂੰ ਲਾਅ ਦੇ ਥੱਲੇ ਇੱਕ ਫਿਡੂਸ਼ੀਅਰੀ ਕਹਿੰਦੇ ਆ ਸੋ ਉਹ ਪਰਸਨਲੀ ਲਾਇਬਲ ਵੀ ਹੋ ਸਕਦੇ ਆ ਜੇ ਤੁਹਾਡੀ estate ਪ੍ਰੋਪਰਲੀ ਨਹੀਂ ਐਡਮਿਨਿਸਟਰ ਕਰਦੇ ਤੁਹਾਡੇ ਵਿਲ ਨੂੰ ਨਹੀਂ ਫੋਲੋ ਕਰਦੇ ਆ ਉਹਨਾਂ ਦੇ ਅਗੇਂਸਟ ਪਰਸਨਲ ਕਾਸਟ ਤੇ ਫਾਈਨ ਵੀ ਪੈ ਸਕਦੇ ਆ ਐਂਡ ਇਸ ਕਰਕੇ ਬਹੁਤ ਇੰਪੋਰਟੈਂਟ ਹੁੰਦਾ ਆ ਜਿਹੜੇ ਤੁਹਾਡੇ ਪਰਸਨਲ ਰੈਪਰੈਜ਼ੈਂਟੇਟਿਵ ਹੈ ਬੈਨੀਫੀਸ਼ੀਅਰੀਜ਼ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਵਸੀਅਤ ਦੇ ਵਿੱਚ ਲਿਖਿਆ ਕੀ ਆ ਜੇ ਮੈਂ ਕਿਸੇ ਦੀ ਵਸੀਅਤ ਦੇ ਵਿੱਚ ਬੈਨੀਫੀਸ਼ੀਅਰੀ ਆ ਮੈਨੂੰ ਪਤਾ ਨਹੀਂ ਆਬਵੀਅਸਲੀ ਉਹ ਫਿਰ ਈਜ਼ੀਅਰ ਹੁੰਦਾ ਆ ਪਰਸਨਲ ਰੈਪਰੈਜ਼ੈਂਟੇਟਿਵ ਨੂੰ ਮਿਸਯੂਜ਼ ਕਰਨ ਲਈ estate ਨੂੰ ਸੋ ਜੇ ਬੈਨੀਫੀਸ਼ੀਅਰੀ ਨੂੰ ਪਤਾ ਆ ਉਹ ਆਲਸੋ ਆਲਵੇਜ਼ ਲਾਇਰ ਨੂੰ ਹਾਇਰ ਕਰ ਸਕਦਾ ਹੈ ਐਂਡ Oren is actually doing estate litigation as well ਸੋ ਮਨਦੀਪ ਸੈਣੀ ਦਾ ਸਵਾਲ ਹੈ ਜੀ ਕਿ ਜੇ ਤੁਸੀਂ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਵਿਲ ਬਣਾ ਦਿੰਦੇ ਹੋ ਤੇ ਉਹਨਾਂ ਨੂੰ ਇਹ ਵਿਦਆਊਟ ਪੇਇੰਗ ਦੀ ਟੈਕਸਿਸ ਟ੍ਰਾਂਸਫਰ ਹੁੰਦੀ ਹੈ that is straightforward answer ਨਹੀਂ ਇਹੋ because rental property differently treat ਹੁੰਦੀ ਆ principal residence different treat ਹੁੰਦਾ ਆ ਜੇ rental property ਆ ਉਹ 'ਚ ਕੋਈ family member ਨਹੀਂ ਰਹਿੰਦਾ and again ਅਸੀਂ ਲਾਇਰ ਆ ਅਸੀਂ ਅਕਾਊਂਟੈਂਟ ਨਹੀਂ ਅਸੀਂ ਅਕਾਊਂਟਿੰਗ ਐਡਵਾਈਸ ਨਹੀਂ ਦੇ ਸਕਦੇ ਇਸ ਕਰਕੇ estate planning ਕਹਿੰਦੇ ਆ ਬਿਕਾਜ਼ ਤੁਹਾਡਾ ਲਾਇਰ ਅਕਾਊਂਟੈਂਟ ਇੰਸ਼ੋਰੈਂਸ ਏਜੰਟ ਸਾਰੇ ਜਣੇ ਇਕੱਠੇ ਕੰਮ ਕਰਦੇ ਆ ਫਾਈਨੈਂਸ਼ੀਅਲ ਪਲਾਨਰਸ ਰਾਈਟ But if principal residence, ਜੇ ਤੁਸੀਂ ਉਸ property 'ਚ ਰਹਿੰਦੇ ਆ there should be no capital gains taxes ਜੇ ਉਹ property ਵਸੀਅਤ ਤੋਂ ਬਾਹਰੋਂ transfer ਹੁੰਦੀ ਹੈ and ਮੈਂ ਕਈ ਫਾਈਨੈਂਸ਼ੀਅਲ ਪਲਾਨਰਸ ਨਾਲ ਗੱਲ ਕੀਤੀ ਆ ਜਿਹੜੇ ਕਹਿੰਦੇ ਆ ਕਿ ਸਮਟਾਈਮਸ ਜਿਹੜਾ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੁੰਦਾ ਆ ਉਹ ਬੈਟਰ ਆ ਕਿ ਉਹ ਤੁਹਾਡੇ ਮੇਬੀ ਬੱਚਿਆਂ ਦਾ ਨਾਂ ਵੀ ਵਿੱਚ ਹੋਵੇ ਬਿਕਾਜ਼ ਉਹ ਤੁਹਾਡੀ ਵਸੀਅਤ ਦੇ ਥਰੂ ਨਹੀਂ ਵਿੱਚ ਜਾਂਦਾ ਬਿਕਾਜ਼ ਉਹਦੇ ਵੀ ਖਰਚੇ ਹੁੰਦੇ ਆ ਰਾਈਟ ਅਰਨ ਜਿੰਨਾ ਬੜਾ ਤੁਹਾਡਾ estate ਆ ਜਿਹੜਾ ਡਿਸਟ੍ਰੀਬਿਊਟ ਹੋਣਾ ਤੁਹਾਡੀ ਵਸੀਅਤ ਦੇ ਥਰੂ ਉਹਨੇ ਜ਼ਿਆਦਾ ਤੁਹਾਨੂੰ ਕਾਸਟ ਕੋਰਟ ਤੇ ਪੇ ਕਰਨੇ ਪੈਣੇ ਯਾ ਹੁਣ ਜੇ ਪ੍ਰੋਬੇਟ ਕਰਨੀ ਪਵੇ ਵਿਲ ਉਹਦੇ ਕੋਰਟ ਤੇ ਫੀਸ ਵੀ ਆਉਂਦੇ ਆ ਲੀਗਲ ਫੀਸ ਵੀ ਆਉਂਦੇ ਆ ਸੋ ਜੇ estate ਤੇ ਬਾਹਰੋਂ ਤੁਸੀਂ ਟ੍ਰਾਂਸਫਰ ਕਰਦੇ ਥਰੂ ਜੁਆਇੰਟ ਟੈਨੈਂਸੀ ਕਈ ਵਾਰੀ ਉਹ ਖਰਚੇ ਬਚ ਜਾਂਦੇ ਤੁਹਾਡੇ ਸੋ ਅਵਿਨਾਸ਼ ਜੀ ਦਾ ਇੱਕ ਸਵਾਲ ਹੈ ਜੀ ਕਿ ਜੇ ਅਸੀਂ ਆਪਣੀ ਵਿਲ ਆਪੇ ਹੀ ਬਣਾ ਲਈਏ ਡੂ ਵੀ ਨੀਡ ਟੂ ਗੈਟ ਇਟ ਰਜਿਸਟਰਡ ਔਰ ਨੋਟਰਾਈਜ਼ਡ I don't think Alberta has any registry for wills, but ਜਿਹੜੇ British Columbia ਦੇ ਵਿੱਚ ਮੈਂ ਸਟੱਡੀ ਕੀਤਾ ਸੀ and ਉਧਰ ਜਦੋਂ ਅਸੀਂ ਵਸੀਅਤਾਂ ਬਣਾਉਂਦੇ ਸੀ ਜਿਹੜਾ ਮੈਂ ਲਾਅ ਸੈਂਟਰ 'ਚ ਕੰਮ ਕਰਦਾ ਸੀ ਉਹ ਰਜਿਸਟਰ ਕਰਦੇ ਹੁੰਦੇ ਸੀ but ਇੱਧਰ ਸੈਂਟਰਲ ਰਜਿਸਟਰੀ Alberta ਦੇ ਵਿੱਚ ਹੈ ਨਹੀਂ that's why it's also important ਕਿ ਤੁਸੀਂ ਆਪਣੇ personal representatives and beneficiaries ਨੂੰ ਦੱਸੋ ਕਿ ਤੁਹਾਡੀ ਵਸੀਅਤ ਦੇ ਵਿੱਚ ਕੀ ਹੈ and also ਵਸੀਅਤ ਕਿੱਧਰ ਰੱਖੀ ਆ ਸੋ ਯੂ ਡੋਂਟ ਸੌਰੀ ਰਿਸ਼ੀ ਸੋ ਯੂ ਡੋਂਟ ਟੈਕਨੀਕਲੀ ਤੁਹਾਨੂੰ ਲਾਇਰ ਨੂੰ ਆਉਣਾ ਨਹੀਂ ਪੈਂਦਾ ਕਿ ਜੇ ਤੁਸੀਂ ਉਹ ਜਿਹੜੀ ਸਕੀਮ ਤੇ ਰੈਗੂਲੇਸ਼ਨ ਜੇ ਫੋਲੋ ਕਰਦੇ ਆ ਪ੍ਰੋਪਰ ਵਿਟਨੈਸਿੰਗ ਕਰੋ ਪ੍ਰੋਪਰ ਉਹਦੀ ਤੁਸੀਂ ਵਿਲ ਨੂੰ ਲਿਖੋ ਬਟ ਇਟਸ ਆਲਵੇਜ਼ ਰეკਮੈਂਡਡ ਇਵਨ ਜੇ ਤੁਸੀਂ ਆਪਣੀ ਵਿਲ ਵੀ ਬਣਾਈ ਹੋ ਆ
get a second set of eyes on it, have a lawyer review it, That's ਜੇ right. ਉਹ ਤੋਂ advice ਲਾ ਲਓ। ਪਰ ਇਹ ਕਈ ਵਾਰੀ ਆਪਾਂ ਖਰਚੇ ਬਚਾਉਣੇ bigger situation ਵਿੱਚ ਆਪਾਂ Yes. end up ਹੋ ਜਾਂਦੇ। This is one of the most important document ਜਿਹੜੀ ਤੁਸੀਂ ਆਪਣੀ life 'ਚ ਬਣਾਉਣੀ ਆ। ਪੈਨੀ ਵਾਈਜ਼ Exactly. So you should always consult a lawyer for something like this. ਇੱਕ ਕੁਐਸਚਨ ਮੈਂ ਰਿਪੀਟ ਕਰ ਰਿਹਾ, ਰਮਨਜੀਤ ਕੌਰ ਵਾਸਤੇ ਹੈ ਸਵਾਲ ਜੀ ਕਿ ਹਸਬੈਂਡ ਤੇ ਵਾਈਫ ਨੂੰ ਸੈਪਰੇਟ ਵਿਲ ਬਣਾਉਣੀ ਚਾਹੀਦੀ ਹੈ? ਸੋ ਉਹ ਸੈਪਰੇਟ ਵਿਲ ਬਣਦੀ ਆ ਉਹ ਪਰ ਤੁਸੀਂ ਇਕੱਠੇ ਆ ਕੇ ਬਣਾ ਸਕਦੇ ਆ। ਯੂ ਕੈਨ ਗਿਵ ਦੀ ਐਡਵਾਈਸ ਟੁਗੇਦਰ, ਯੂ ਕੈਨ ਗੈਟ ਦੀ ਐਡਵਾਈਸ ਟੁਗੇਦਰ, ਪਰ ਜਿਹੜੀ ਵਿਲ ਸੈਪਰੇਟ ਐਂਡ ਅਪਾਰਟ ਬਣਦੀ ਆ ਐਵਰੀ ਪਰਸਨ ਦੀ। ਰਾਈਟ ਜੀ। ਪਰ ਜਦੋਂ ਤੁਸੀਂ ਮਿਰਰ ਵਿਲ ਬਣਾਉਂਦੇ ਆ ਰਾਈਟ ਇਹਨੂੰ ਕੀ ਕਹਿੰਦੇ ਆ ਜੀ? mirror will. Mirror. So basically ਸਾਰਾ ਕੁਝ ਦੋਵੇਂ ਵਸੀਤਾ ਦੇ ਵਿੱਚ ਸੇਮ ਆ, ਬਸ ਸਪਾਊਸ ਦਾ ਨਾਂ ਫਲਿਪ ਹੋ ਜਾਂਦਾ ਹੈ ਰਾਈਟ। ਸੋ ਜਦੋਂ ਤੁਸੀਂ mirror will ਬਣਾਉਂਦੇ ਆ, ਕਈ ਵਾਰੀ ਜਿਹੜਾ ਲਾਸਟ ਆ ਟੂ ਡਾਈ ਉਹਨਾਂ ਦਾ ਆਬਲੀਗੇਸ਼ਨ ਹੁੰਦਾ ਆ ਕਿ ਉਹ mirror will ਨੂੰ ਫੋਲੋ ਕਰਨਾ ਆ। ਜਿਹੜੇ ਬੈਨੀਫੀਸ਼ਰੀਜ਼ ਹੁੰਦੇ ਆ ਉਹ ਇਨਫੋਰਸ ਕਰ ਸਕਦੇ ਆ। ਸੋ ਲੈਟਸ ਸੇ ਅ ਸਪਾਊਸ ਗੈਟਸ ਮੈਰੀਡ ਅਗੇਨ ਐਂਡ ਉਹ ਆਪਣੇ ਨਿਊ ਬੱਚਿਆਂ ਨੂੰ I guess you can ਜੀ, say ਜੀ। right ਉਹਨਾਂ ਨੂੰ ਡਿਸਟ੍ਰੀਬਿਊਟ ਕਰਦੇ। ਪਰ ਜਿਹੜਾ mirror will ਹੁੰਦਾ ਆ, ਜਿਹੜੇ ਉਹ ਬੈਨੀਫੀਸ਼ਰੀਜ਼ ਉਹ ਪਹਿਲੀ will 'ਚ ਹੁੰਦੇ ਆ, ਉਹ ਕਹਿ ਸਕਦੇ ਆ ਕਿ ਤੁਹਾਡਾ obligation ਸੀ ਉਹ ਜੀ। ਫੋਲੋ ਕਰਨ ਲਈ। that's a lot of litigation, ਉਹ ਫਿਰ complex ਹੋ ਜਾਂਦਾ ਆ। ਜੀ। but yes separate will ਹੁੰਦੇ ਆ, basically ਨਾ flip ਹੋ And ਜਾਂਦਾ। it's always good ਕਿ ਜੇ ਸਪਾਊਸ ਇਕੱਠੇ ਆਉਂਦੇ ਆਪਣੇ ਵਿਲ ਬਣਾਉਣ ਨੂੰ, you can save some costs as well ਕਿ ਆਪਾਂ ਫਿਰ ਪ੍ਰਾਈਸਿੰਗ ਉਸ ਹਿਸਾਬ ਨਾਲ adjust ਕਰ ਦਿੰਦੇ if it's a ਜੀ। mirror will. ਮਨਦੀਪ ਜੀ, ਅਰੁਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਤੁਸੀਂ ਸਾਡੇ ਸਾਰੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ, ਸਾਨੂੰ ਜਾਣਕਾਰੀ ਵੀ ਦਿੱਤੀ। ਥੈਂਕ ਯੂ ਵੈਰੀ ਮੱਚ ਫॉर ਜੁਆਇਨਿੰਗ ਅਸ। thank you for having us Rishi. ਜੀ ਬਹੁਤ ਮਿਹਰਬਾਨੀ ਜੀ। Thank you. Good morning.